ਲੀਕੇਜ ਇੰਨੀਆਂ ਨੇ ਕਿ ਜੇ ਆਪਾਂ ਮੰਨ ਲਓ ਇਸ ਪ੍ਰੋਗਰਾਮ ਦੇ ਵਿੱਚ ਹੀ ਗੱਲ ਕਰਨੀ ਹੋਵੇ ਤੇ ਘੰਟਿਆਂ ਬੱਧੀ ਉਹਨਾਂ ਲੀਕੇਜ ਦੇ ਉੱਤੇ ਚਰਚਾ ਕੀਤਾ ਜਾ ਸਕਦਾ ਹੈ। ਇਹ ਲੀਕੇਜ ਛੱਡੀਆਂ ਕਿਹਨੇ ਨੇ ਤੇ ਕਿਵੇਂ ਇਹ ਹੋ ਗਈਆਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਸਾਬਕਾ ਹੋ ਜਾਂਦਾ ਵਿਧਾਨਕਾਰ ਹੈ, ਉਹਦੀ ਜਿਹੜੀ ਪੈਨਸ਼ਨ ਇੱਕ 75,000 ਕੁਝ 216 ਇੰਨੇ ਕੁ ਰੁਪਈਏ ਹੈ ਕਿ ਜੇ ਮੰਨ ਲਓ 2 ਵਾਰੀ ਉਹ ਜਿੱਤਿਆ ਤੇ ਉਹਦੇ ਵਿੱਚ 50,000 ਹੋਰ ਜੁੜ ਗਿਆ, 3 ਵਾਰੀ ਜਿੱਤਿਆ 50,000 ਹੋਰ ਜੁੜ ਗਿਆ। ਇਦਾਂ ਕਰਦਿਆਂ ਇਹ ਪੈਨਸ਼ਨ ਵੱਧਦੀ ਗਈ। ਸਭ ਤੋਂ ਵੱਧ ਪੈਨਸ਼ਨ ਲੈਣ ਵਾਲੇ ਜਿਹੜੇ ਉਹ ਚੈਂਪੀਅਨ ਨਿਕਲੇ 5 ਵਾਰੀ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ। ਭਗਵੰਤ ਮਾਨ ਹੋਰਾਂ ਨੇ ਇਹਦਾ ਅੱਜ ਐਲਾਨ ਕੀਤਾ ਕਿ ਇੱਕ ਵਿਧਾਨਕਾਰ ਇੱਕ ਪੈਨਸ਼ਨ, ਬਾਕੀ ਪੈਨਸ਼ਨਾਂ ਸਾਰੀਆਂ ਬੰਦ ਹੋਣਗੀਆਂ। ਹੁਣ ਐਮਐਲਏ 2 ਵਾਰੀ ਜਿੱਤੇ ਜਾਂ 7 ਵਾਰੀ ਜਿੱਤੇ, ਉਹਦੀ ਪੈਨਸ਼ਨ ਇੱਕੋ ਟਰਮ ਦੇ ਵਿੱਚ ਉਹਨੂੰ ਮਿਲੂਗੀ, ਇੱਕੋ ਪੈਨਸ਼ਨ ਮਿਲੂਗੀ। ਇਹਦੇ ਨਾਲ ਪੈਨਸ਼ਨ ਦਾ ਜਿਹੜਾ ਕਰੋੜਾਂ ਰੁਪਈਆ ਬਚੂਗਾ ਉਹ ਲੋਕਾਂ ਦੀ ਭਲਾਈ ਦੇ ਉੱਤੇ ਖਰਚ ਕੀਤਾ ਜਾਊਗਾ। ਸ੍ਰੀਲੰਕਾ ਦੇ ਵਿੱਚ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਬੜੀ ਖਤਰਨਾਕ ਬਣੀ ਹੋਈ ਹੈ। ਸ੍ਰੀਲੰਕਾ ਸਭ ਤੋਂ ਵੱਡੀ ਆਰਥਿਕ ਮੰਦਹਾਲੀ ਬਦਹਾਲੀ ਦੇ ਵਿੱਚੋਂ ਲੰਘ ਰਿਹਾ। ਸ੍ਰੀਲੰਕਾ ਦੇ ਵਿੱਚ ਪੈਟਰੋਲ ਡੀਜ਼ਲ ਖਰੀਦਣ ਦੇ ਚੱਕਰ ਦੇ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੋਈ ਆ। ਹਾਲਾਤ ਇਸ ਕਦਰ ਵਿਗੜ ਚੁੱਕੇ ਆ ਕਿ ਸ੍ਰੀਲੰਕਾ ਦੀ ਸਰਕਾਰ ਨੇ ਪੈਟਰੋਲ ਪੰਪਾਂ ਤੇ ਗੈਸ ਸਟੇਸ਼ਨਾਂ ਦੇ ਉੱਤੇ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ। ਟੂਰਿਜ਼ਮ ਹੈ ਉਹ ਨਹੀਂ ਜਾਊਗਾ। ਟੂਰਿਜ਼ਮ ਉਹ ਤਾਂ ਸੁਰੱਖਿਅਤ ਥਾਵਾਂ ਦੇ ਉੱਤੇ ਜਾਂਦਾ ਨਾ, ਉੱਥੇ ਸਾਰਾ ਕੁਝ ਅਣਸੁਰੱਖਿਅਤ ਹੋ ਗਿਆ ਜੀ, ਜਿਹਦੀ ਵਜ੍ਹਾ ਕਰਕੇ ਸ੍ਰੀਲੰਕਾ ਦੇ ਵਾਸਤੇ ਮੁਸੀਬਤ ਜਿਹੜੀ ਆ, ਉੱਥੋਂ ਦੇ ਲੋਕਾਂ ਦੇ ਵਾਸਤੇ ਜਿਹੜੇ ਟੂਰਿਜ਼ਮ ਤੇ ਡਿਪੈਂਡ ਨੇ ਉਹ ਬਹੁਤ ਵੱਡੀ ਹੋ ਗਈ। ਇਸ ਵੇਲੇ 50% ਤੋਂ ਉੱਪਰ ਅਸੀਂ ਫੂਡ ਵੇਸਟ ਕਰਦੇ ਹਾਂ ਜੀ। ਸਾਡੀ ਇਹ ਪਤਾ ਨਹੀਂ ਕਿਹੋ ਜਿਹੀ ਆਦਤ ਆ ਕਿ ਪਹਿਲਾਂ ਲੋੜ ਤੋਂ ਵੱਧ ਪਾਉਣਾ ਤੇ ਫਿਰ ਲੋੜ ਤੋਂ ਵੱਧ ਛੱਡਣਾ। ਇਹ ਇਸ ਮਾਮਲੇ ਦੇ ਉੱਤੇ ਸਾਨੂੰ ਸ੍ਰੀਲੰਕਾ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਅੱਜ ਇੱਕ ਵਾਰੀ ਫਿਰ ਤੋਂ ਆਪਣੇ ਆਪ ਦੇ ਉੱਤੇ ਇੰਪਲੀਮੈਂਟ ਕਰਨਾ ਪਊਗਾ। ਜੂਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਆ ਉਹ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੀ ਜਾਂਦੀ ਹੈ। ਉਦੋਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਸਰਕਾਰ ਸੀ, ਜਿਹਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਐਸਜੀਪੀਸੀ ਦਾ ਪ੍ਰਧਾਨ ਹੈ, ਉਹ ਅਕਾਲੀ ਦਲ ਬਾਦਲ ਦੇ ਲਿਫਾਫੇ ਚੋਂ ਨਿਕਲਦਾ, ਉਹਦੇ ਕੋਲੇ ਚੁਣਿਆ ਹੋਇਆ ਨਹੀਂ ਹੈਗਾ। ਇਹ ਇੱਕ ਕੋਈ ਵਿਅਕਤੀ ਆ ਜਿਹਨੇ ਅਮਰੀਕਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਪ੍ਰਿੰਟ ਕੀਤਾ, ਉਹਦੀ PDF ਬਣਾਈ ਤੇ ਉਹਨੇ ਆਨਲਾਈਨ ਚੜਾ। ਰਿਸਟ੍ਰਿਕਸ਼ਨ ਹੋਵੇ ਕਿ ਕੋਈ ਹੋਰ ਪ੍ਰਿੰਟ ਨਹੀਂ ਕਰ ਸਕਦਾ, ਫਿਰ ਹੀ ਜਾ ਕੇ ਇਹ ਰਿਸਟ੍ਰਿਕਸ਼ਨ ਰਹਿਣੀ ਚਾਹੀਦੀ ਆ। ਜੇ ਇਹ ਨਾ ਰਹੀ, ਕਿਉਂ ਖੁੱਲ ਗਿਆ ਕੰਮ, ਤਾਂ ਕੋਈ ਵੀ ਮੇਰੇ ਵਰਗਾ ਉਹ ਉੱਠੂਗਾ, ਉਹ ਆਪਣੀਆਂ ਲਗਾਮਾਤਰਾ ਦੇ ਹਿਸਾਬ ਦੇ ਨਾਲ ਜਿਹੜਾ ਉਹਨੂੰ ਪ੍ਰਿੰਟ ਕਰ ਦੂਗਾ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਹੋਰਾਂ ਦੇ ਨਾਲ ਕੁਝ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਤੇ ਅੱਜ ਵੀ ਗੱਲ ਕਰਾਂਗੇ ਮਾਨ ਸਰਕਾਰ ਨੇ ਜਿਹੜੀ ਪੈਨਸ਼ਨ ਦੀ ਇੱਕ ਨਵੀਂ ਨੀਤੀ ਬਣਾ ਦਿੱਤੀ ਹੈ, ਇੱਕ ਵਿਧਾਇਕ ਨੂੰ ਇੱਕੋ ਹੀ ਪੈਨਸ਼ਨ ਮਿਲਣੀ, ਉਹਦੇ ਬਾਰੇ ਗੱਲਬਾਤ ਕਰਾਂਗੇ। ਸ਼੍ਰੀਲੰਕਾ ਲਗਾਤਾਰ ਭੁੱਖਮਰੀ ਵੱਲ ਵੱਧ ਰਿਹਾ ਕਿ ਬਾਕੀ ਵਿਸ਼ਵ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਕੋਈ ਸੁਨੇਹਾ ਲੈਣਾ ਚਾਹੀਦਾ, ਕੁਝ ਸਿੱਖਣਾ ਚਾਹੀਦਾ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ। ਤੇ ਸ਼੍ਰੋਮਣੀ ਕਮੇਟੀ ਨੂੰ ਵੀ ਇੱਕ ਨਵੀਂ ਭਸੂੜੀ ਪੈ ਗਈ, ਉਹ ਵੀ ਤੁਹਾਨੂੰ ਪ੍ਰੋਗਰਾਮ ਦੇ ਦੌਰਾਨ ਦੱਸਦੇ ਹਾਂ। ਪੱਤਰਕਾਰ ਬਲਤੇਜ ਪੰਨੂ ਹੋਰੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ। ਮਾਨ ਸਰਕਾਰ ਨੇ ਲੀਡਰਾਂ ਦੀ ਪੈਨਸ਼ਨ ਤੇ ਕੈਂਚੀ ਚਲਾ ਦਿੱਤੀ ਹੈ। ਉਹ ਕਹਿੰਦੇ ਨੇ ਵੀ ਖਜ਼ਾਨੇ ਤੇ ਜਿਹੜਾ 80 ਕਰੋੜ ਦਾ ਬੋਝ ਪੈਂਦਾ ਉਹ ਅਸੀਂ ਘਟਾਉਣਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਪੀਪਾ ਹੁਣ ਖਜ਼ਾਨੇ 'ਚ ਤਬਦੀਲ ਹੋ ਜੂ, ਜਿਹੜੀ ਮਾਨ ਸਰਕਾਰ ਨੇ ਨਵੀਂ ਨੀਤੀ ਬਣਾਤੀ ਵੀ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਦੇਣੀ ਹੈ? ਦੇਖੋ, ਲੀਕੇਜ ਨੇ, ਲੀਕੇਜ ਬੰਦ ਤਾਂ ਕਰਨੀਆਂ ਪੈਣਗੀਆਂ, ਉਹ ਤੋਂ ਬਿਨਾ ਸਰਨਾ ਹੀ ਨਹੀਂਗਾ। ਲੀਕੇਜ ਇੰਨੀਆਂ ਨੇ ਕਿ ਜੇ ਆਪਾਂ ਮੰਨ ਲਓ ਇਸ ਪ੍ਰੋਗਰਾਮ ਦੇ ਵਿੱਚ ਹੀ ਗੱਲ ਕਰਨੀ ਹੋਵੇ ਤੇ ਘੰਟਿਆਂ ਬੱਧੀ ਉਹਨਾਂ ਲੀਕੇਜ ਦੇ ਉੱਤੇ ਚਰਚਾ ਕੀਤਾ ਜਾ ਸਕਦਾ ਹੈ। ਇਹ ਲੀਕੇਜ ਛੱਡੀਆਂ ਕਿਹਨੇ ਨੇ
ਤੇ ਕਿਵੇਂ ਇਹ ਹੋ ਗਈਆਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜੇ ਵਿਧਾਇਕ ਨੇ, ਚਾਹੇ ਉਹ ਲੋਕ ਸਭਾ ਦੇ ਨੇ ਜੀ, ਚਾਹੇ ਰਾਜ ਸਭਾ ਵਾਲੇ, ਤੇ ਚਾਹੇ ਵੱਖ-ਵੱਖ ਰਾਜਾਂ ਦੇ ਵਿਧਾਨਕਾਰ ਨੇ ਜੀ, ਜਦੋਂ ਉਹਨਾਂ ਨੇ ਆਪਣੇ ਭੱਤੇ ਵਧਾਉਣੇ ਹੁੰਦੇ ਆ, ਜਦੋਂ ਉਹਨਾਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਨੇ, ਉਦੋਂ ਇਹ ਸਾਰੇ ਇਕੱਠੇ ਹੋ ਜਾਂਦੇ ਔਰ ਇਕਜੁੱਟਤਾ ਉਦੋਂ ਇਹ ਸ਼ੋਅ ਕਰਦੇ ਆ। ਸਮੇਂ-ਸਮੇਂ ਦੇ ਉੱਤੇ ਇਹਨਾਂ ਦੀਆਂ ਤਨਖਾਹਾਂ, ਇਹਨਾਂ ਦੇ ਭੱਤੇ ਵੱਧਦੇ ਰਹੇ ਆ, ਚਰਚਾ ਦਾ ਵਿਸ਼ਾ ਬਣਦੇ ਰਹੇ ਆ। ਮੈਂ ਸਮਝਦਾ ਪਹਿਲੀ ਵਾਰੀ ਆ ਕੁਝ ਚੀਜ਼ਾਂ ਜਿਹੜੀਆਂ ਹੋ ਰਹੀਆਂ, ਜਿਵੇਂ ਅਕਸਰ ਜਦੋਂ ਨਵੀਂ ਸਰਕਾਰ ਬਣਦੀ ਆ, ਇੱਕ ਤਾਂ ਇਹ ਹੋ ਜਾਂਦਾ ਕਿ ਜਿਹੜੇ ਵਿਰੋਧੀ ਨੇ, ਵਿਰੋਧੀ ਧਿਰਾਂ ਵਾਲੇ, ਉਹਨਾਂ ਦੇ ਉੱਤੇ ਪਰਚੇ ਦਰਜ ਕਰ ਦਿਓ, ਜਾਂ ਫਿਰ ਇਹ ਹੁੰਦਾ ਕਿ ਗੱਡੀਆਂ ਨਵੀਆਂ ਲੈ ਲਓ ਛੇਤੀ ਕੀਤੇ ਦਵਾ ਦਵ। ਤੇ ਜਿਹੜੇ ਇਹੋ ਜਿਹੇ ਫੈਸਲੇ ਨੇ ਉਹ ਅਕਸਰ ਅਖੀਰਲੇ ਸਾਲਾਂ ਦੇ ਵਿੱਚ ਲਏ ਜਾਂਦੇ ਆ ਤਾਂ ਕਿ ਵੋਟਰਾਂ ਨੂੰ ਮੁੜ ਕੇ ਫੇਰ ਭਰਮਾਇਆ ਜਾ ਸਕੇ। ਮੌਜੂਦਾ ਜਿਹੜੀ ਨਵੀਂ ਬਣੀ ਸਰਕਾਰ ਹੈ, ਉਹਨੇ ਕੁਝ ਫੈਸਲੇ ਇਸ ਤਰ੍ਹਾਂ ਦੇ ਲਏ ਆ ਜਿਹੜੇ ਇੱਕਦਮ ਜਿਹੜੇ ਬਣਦਿਆਂ ਸਾਰ ਲੈਣੇ। ਇਹ ਪਹਿਲਾਂ ਅਜਿਹਾ ਰਿਸਕ ਮੈਂ ਕਹੂੰਗਾ ਕਿਸੇ ਪਾਰਟੀ ਨੇ ਨਹੀਂ ਲਿਆ। 35,000 ਜਿਹੜੇ ਕਾਮੇ ਨੇ ਉਹਨਾਂ ਨੂੰ ਪੱਕਿਆਂ ਕਰਨ ਦੀ ਗੱਲ ਹੋਵੇ, ਚਾਹੇ ਨਵੀਆਂ ਜੌਬਸ ਦੀ ਗੱਲ ਹੋਵੇ 25,000 ਦੇ, ਬੇਸ਼ੱਕ ਇਹ ਦੋਨੋਂ ਪ੍ਰੋਸੈਸ ਜਿਹੜੇ ਆ, ਜਾਂ ਅੱਜ ਵਾਲਾ ਜਿਹਦੇ ਤੇ ਆਪਾਂ ਗੱਲ ਕਰਨੀ ਹੈ, ਇਹਨੂੰ ਕੁਝ ਸਮਾਂ ਲੱਗ ਸਕਦਾ, 2-3 ਮਹੀਨਿਆਂ ਦੇ ਵਿੱਚ, ਜਾਂ ਕਮਿੰਗ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਲਿਆਂਦਾ ਜਾਊਗਾ। ਪਰ ਇਹ ਰਿਸਕੀ ਜਿਹੜੇ ਫੈਸਲੇ ਨੇ ਉਹ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਲਏ ਆ। ਜਿਹੜਾ 35,000 ਕੱਚੇ ਕਾਮਿਆਂ ਨੂੰ ਪੱਕਿਆ ਕਰਨ ਵਾਲਾ, ਉਹ ਤਾਂ ਮੁੱਦਾ ਬਹੁਤ ਭਖਦਾ ਰਿਹਾ ਚੋਣਾਂ ਦੇ ਦੌਰਾਨ। ਇੱਥੇ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੇ ਕੁੱਟ ਪੈਂਦੀ, ਅਸੀਂ ਤਾਂ ਜਿਹੜੇ ਇੱਥੇ ਪਟਿਆਲੇ ਦੇ ਵਿੱਚ ਰੋਜ਼ ਦੇਖਦੇ ਰਹੇ ਆ, ਕਿਸੇ ਨਾ ਕਿਸੇ ਇੱਕ ਧੜੇ ਨੂੰ ਕੁੱਟ ਪੈਂਦੀ ਸੀਗੀ। ਲੋਕਾਂ ਨੇ ਵੀਡੀਓ ਦੇ ਰੂਪ ਦੇ ਵਿੱਚ, ਫੋਟੋਆਂ ਦੇ ਰੂਪ ਦੇ ਵਿੱਚ ਜ਼ਰੂਰ ਦੇਖਿਆ ਕਿ, ਔਰ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਬਣਾ ਦਿੱਤੇ ਗਏ ਤੇ ਉਹਨਾਂ ਨੇ ਬੜੇ ਵੱਡੇ ਹੋਰਡਿੰਗਸ ਲਾਤੇ ਪੂਰੇ ਪੰਜਾਬ ਦੇ ਵਿੱਚ, 35,000 ਕੱਚੇ ਕਾਮੇ ਪੱਕੇ ਕੀਤੇ। ਜਦੋਂ ਅਸਲੀਅਤ ਨਿਕਲੀ ਤਾਂ ਇਹ ਪਤਾ ਲੱਗਾ ਕਿ ਉਹ ਤਾਂ ਕੁਝ ਹੋਇਆ ਹੀ ਨਹੀਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਹੁਣ ਸਾਬਕਾ ਹੋ ਗਏ, ਉਹ ਕਹਿੰਦੇ ਜੀ ਉਹ ਫਾਈਲ ਰਾਜਪਾਲ ਨੇ ਰੋਕ ਲਈ। ਇੱਕ ਹੋਰ ਝੂਠ ਬੋਲਤਾ। ਰਾਜਪਾਲ ਕਹਿੰਦੇ ਮੈਂ ਤਾਂ ਉਹਦੇ ਉੱਤੇ ਕੁਝ ਇਤਰਾਜ਼ ਲਾਏ ਸੀ, ਇਤਰਾਜ਼ ਲਾ ਕੇ ਵਾਪਸ ਮੋੜਤੀ ਸੀ, ਤੁਸੀਂ ਵਾਪਸ ਲਿਆਂਦੀ ਨਹੀਂ ਫਾਈਲ। ਉਹ ਝੂਠ ਨਿਕਲ ਆਇਆ ਬਿਲਕੁਲ। ਅਜਿਹਾ ਫੈਸਲਾ ਸਰਕਾਰ ਬਣਦਿਆਂ ਸਾਰ ਲੈ ਲੈਣਾ, ਕਿਉਂਕਿ ਇਹਦੇ ਨਾਲ ਖਜ਼ਾਨੇ ਦੇ ਉੱਤੇ ਬੋਝ ਪੈਣਾ ਜੀ। ਸਰਕਾਰਾਂ ਨੇ ਇਹ ਪੱਕਾ ਤਾਂ ਨਹੀਂ ਕੀਤਾ ਕਿ ਕੰਟਰੈਕਟ ਰਹਿਣ ਦਿਓ, ਕੰਟਰੈਕਟ ਦੇ ਉੱਤੇ ਰਹਿਣ ਦਿਓ, ਠੇਕੇ ਦੇ ਉੱਤੇ ਰਹਿਣ ਦਿਓ। ਮੌਜੂਦਾ ਸਰਕਾਰ ਨੇ ਇਹ ਵੀ ਨਾਲ ਲੱਗਵਾ ਫੈਸਲਾ ਲਿਆ ਕਿ ਅੱਗੋਂ ਕੰਟਰੈਕਟ ਤੇ ਠੇਕੇ ਦੇ ਉੱਤੇ ਭਰਤੀ ਹੀ ਨਹੀਂ ਹੋਊਗੀ। ਇਹ ਵੀ ਇੱਕ ਨਿੱਗਰ ਫੈਸਲਾ ਹੈ, ਚੰਗਾ ਫੈਸਲਾ ਹੈ। ਔਰ ਦੂਸਰਾ ਜਿਹੜਾ ਸੀਗਾ 25,000 ਨਵੀਆਂ ਜੌਬਸ ਦਾ, ਉਹ ਵੀ ਇੱਕ ਚੰਗਾ ਫੈਸਲਾ। ਅਕਸਰ ਜੌਬ ਜਿਹੜੀਆਂ ਆਪਾਂ ਦੇਖਿਆ ਕਿ ਅਖੀਰਲੇ ਸਾਲ ਨਿਕਲਦੀਆਂ ਹੁੰਦੀਆਂ। ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ, ਇਹਦੇ ਨਾਲ ਖਜ਼ਾਨੇ ਦੇ ਉੱਤੇ ਬੋਝ ਪੈਣਾ। ਪਰ ਦੇਖੋ, ਲੋਕਾਂ ਦੇ ਵਾਸਤੇ ਆ ਇਹ ਸਾਰਾ ਕੁਝ। ਨੌਕਰੀਆਂ ਦਾ ਪ੍ਰਬੰਧ ਕਰਨਾ ਇਹ ਸਰਕਾਰ ਦੀ ਰਿਸਪੌਂਸਿਬਿਲਿਟੀ ਹੈ। ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦੇ ਵਾਸਤੇ ਨੌਕਰੀਆਂ ਨਹੀਂ ਹੋਣਗੀਆਂ ਤੇ ਫਿਰ ਉਹ ਬਾਹਰ ਨੂੰ ਭੱਜਣਗੇ, ਨਸ਼ਿਆਂ ਵਾਲੇ ਪਾਸੇ ਜਾਣਗੇ। ਇਹ ਚੰਗੇ ਫੈਸਲੇ ਨੇ। ਜਿਹੜਾ ਅੱਜ ਫੈਸਲਾ ਆਇਆ, ਕੁਝ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਇਹ ਪਸੰਦ ਨਹੀਂ ਆਉਣਾ ਇਹ ਫੈਸਲਾ, ਬਿਨਾਂ ਕਿਸੇ ਸ਼ੱਕ ਦੇ। ਔਰ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿਸੇ ਨਾ ਕਿਸੇ ਮਾਮਲੇ ਤੇ ਤੁਸੀਂ ਦੇਖਿਓ ਹੀਲ ਹੁਜਤ ਕਰਕੇ ਇਹਦਾ ਕੁਛ ਨਾ ਕੁਛ ਜਿਹੜਾ ਸਰਕਾਰ ਨੂੰ ਘੇਰਨ ਦੇ ਯਤਨ ਕਰਨਗੇ। ਜੇ ਇਸ ਫੈਸਲੇ ਦੇ ਰਾਹੀਂ ਨਹੀਂ, ਉਹਨਾਂ ਨੇ ਦੂਸਰਾ ਕੁਝ ਜਿਹੜਾ ਉਹ ਕਰ ਦੇਣਾ। ਇਹ ਫੈਸਲਾ ਬੜਾ ਨਿੱਗਰ ਫੈਸਲਾ ਹੈ। ਇਹ ਚਰਚਾ ਪਿਛਲੇ ਘੱਟੋ ਘੱਟ 2-2.5 ਸਾਲਾਂ ਤੋਂ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦਾ ਕਿ ਜਦੋਂ ਜੇ ਤੁਸੀਂ ਕੋਈ ਵੀ ਨੌਕਰੀ ਕਰਦੇ ਹੋ, ਉਹਦੀ ਇੱਕ ਪੈਨਸ਼ਨ ਮਿਲਦੀ ਹੈ। ਇਹ 2016 ਦੇ ਵਿੱਚ ਅਕਤੂਬਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਨੇ ਫੈਸਲਾ ਲਿਆ ਕਿ ਜਿਹੜਾ ਸਾਬਕਾ ਹੋ ਜਾਂਦਾ ਵਿਧਾਨਕਾਰ ਹੈ, ਉਹਦੀ ਜਿਹੜੀ ਪੈਨਸ਼ਨ ਇੱਕ 75,000 ਕੁਝ 216 ਇੰਨੇ ਰੁਪਈਏ ਹੈ, ਕਿ ਜੇ ਮੰਨ ਲਓ 2 ਵਾਰੀ ਉਹ ਜਿੱਤਿਆ ਤੇ ਉਹਦੇ ਵਿੱਚ 50,000 ਹੋਰ ਜੁੜ ਗਿਆ, 3 ਵਾਰੀ ਜਿੱਤਿਆ 50,000 ਹੋਰ ਜੁੜ ਗਿਆ।
ਇਦਾਂ ਕਰਦਿਆਂ ਇਹ ਪੈਨਸ਼ਨ ਵੱਧਦੀ ਗਈ। ਸਭ ਤੋਂ ਵੱਧ ਪੈਨਸ਼ਨ ਲੈਣ ਵਾਲੇ ਜਿਹੜੇ ਉਹ ਚੈਂਪੀਅਨ ਨਿਕਲੇ 5 ਵਾਰੀ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ। ਕਿਉਂਕਿ ਅਫਸਰਸ਼ਾਹੀ ਜਿਹੜੀ ਆ ਉਹ ਅੱਜ ਵੀ ਇਹਨਾਂ ਪਾਰਟੀਆਂ ਦੀ ਹੀ ਹੈ, ਕਿਉਂਕਿ ਬਹੁਤ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ। ਅਜੇ ਉਹ ਆਮ ਆਦਮੀ ਪਾਰਟੀ ਦੀ ਨਹੀਂ ਹੋਈ। ਔਰ ਜਿਹੜੀ ਅਫਸਰਸ਼ਾਹੀ ਆ ਉਹਨੂੰ ਸੁਨੇਹੇ ਵੀ ਜਿਹੜੇ ਨੇ ਨਾ, ਚਾਹੇ ਉਹ ਕਰਪਸ਼ਨ ਐਂਟੀ ਕਰਪਸ਼ਨ ਵਾਲਾ, ਉਹ ਉਹਨੂੰ ਜਾ ਨਹੀਂ ਰਿਹਾ ਅਜੇ ਸੁਨੇਹਾ ਜੀ। ਬਹੁਤ ਸਾਰੇ ਫੋਨ ਆਉਂਦੇ ਨੇ। ਇੱਕ ਜਾਣਕਾਰ ਉਹਨਾਂ ਦਾ ਅੱਜ ਵੀ ਫੋਨ ਆਇਆ ਕਿ ਫਗਵਾੜੇ ਦੇ ਵਿੱਚ ਐਸਡੀਐਮ ਤੱਕ ਉਹਨਾਂ ਨੂੰ ਕੰਮ ਸੀ, ਚੌਥਾ ਗੇੜਾ ਸੀ ਉਹਨਾਂ ਦਾ ਇਹ, ਤੇ ਐਸਡੀਐਮ ਨੂੰ ਇਹ ਫੋਨ ਕੀਤਾ ਤੇ ਉਹ ਅੱਗੋਂ ਇਹ ਕਹਿੰਦੇ ਮੇਰਾ ਫੋਨ ਨੰਬਰ ਤੂੰ ਕਿੱਥੋਂ ਲੈ ਲਿਆ। ਮਤਲਬ ਕਿ ਅਫਸਰਾਂ ਦੇ ਅਜੇ ਵੀ ਕੰਨਾਂ ਦੇ ਉੱਤੇ ਜੂੰ ਨਹੀਂ ਸਰਕ ਰਹੀ। ਇਹ ਜਿਹੜਾ ਫੈਸਲਾ ਅੱਜ ਲਿਆ, ਇਹ ਸਿਆਸਤਦਾਨਾਂ ਨੂੰ ਪਤਾ ਲੱਗ ਗਿਆ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਤਾ ਲੱਗ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੁਝ ਦਿਨ ਪਹਿਲਾਂ ਇਹ ਐਲਾਨ ਕੀਤਾ ਸੀਗਾ ਕਿ ਮੈਂ ਆਪਣੀ ਪੈਨਸ਼ਨ ਛੱਡ ਰਿਹਾ ਤੇ ਮੇਰੀ ਇਸ ਪੈਨਸ਼ਨ ਨੂੰ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਖਰਚ ਕੀਤਾ ਜਾਵੇ। ਇਹ ਫੈਸਲਾ ਲਾਗੂ ਕਿਹਨੇ ਕੀਤਾ ਸੀਗਾ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ। ਉਹਨਾਂ ਨੂੰ ਉਦੋਂ ਨਹੀਂ ਸੀ ਪਤਾ ਕਿ ਇਹ ਫੈਸਲੇ ਜਿਹੜੇ ਆ ਇਹ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਵੀ ਖਰਚੇ ਜਾ ਸਕਦੇ ਆ। ਉਦੋਂ ਆਪਣੀਆਂ ਪੈਨਸ਼ਨਾਂ ਵਧਾ ਲੀਆਂ, ਆਪਣੇ ਨਾਲਦਿਆਂ ਦੀਆਂ ਪੈਨਸ਼ਨਾਂ ਵਧਾ ਲੀਆਂ। ਜਿਹੜੇ ਸਭ ਤੋਂ ਵੱਧ ਪੈਨਸ਼ਨਾਂ ਲੈਣ ਵਾਲੇ ਆ ਉਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ 2 ਹੋਰ ਸਾਬਕਾ ਮੁੱਖ ਮੰਤਰੀ ਸ਼ਾਮਲ ਹੋਣਗੇ। ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ, ਰਜਿੰਦਰ ਕੌਰ ਭੱਠਲ ਇਹਦੇ ਵਿੱਚ ਸ਼ਾਮਲ ਨੇ, ਇਹਦੇ ਵਿੱਚ ਲਾਲ ਸਿੰਘ ਸ਼ਾਮਲ ਨੇ, ਇਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਸ਼ਾਮਲ ਨੇ, ਸੁਖਦੇਵ ਸਿੰਘ ਢੀਂਡਸਾ ਸ਼ਾਮਲ ਨੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ 5.25 ਲੱਖ ਰੁਪਏ ਤੱਕ ਉਹਨਾਂ ਨੂੰ ਪੈਨਸ਼ਨ ਜਾਂਦੀ ਸੀ। ਬੇਸ਼ੱਕ ਇਹ ਕਹਿੰਦੇ ਰਹੇ ਆ ਕਿ ਪੈਨਸ਼ਨ ਲਈ ਨਹੀਂ, ਲੈਂਦੇ ਰਹੇ ਨੇ ਤਾਂ ਹੀ ਛੱਡੀ ਨਾ। ਹੁਣ ਬਿਲਕੁਲ ਬਾਕੀ ਜਿਹੜੇ ਨੇ ਉਹਨਾਂ ਨੂੰ ਮਿਲਦੀ ਆ। ਹੁਣ ਇਹ ਜਿਹੜੇ ਬਾਕੀ ਨੇ, ਕੋਈ 3.25 ਲੱਖ ਰੁਪਈਆ, ਕੋਈ 3.25 ਲੱਖ ਰੁਪਈਆ ਲੈ ਰਿਹਾ। ਭਗਵੰਤ ਮਾਨ ਹੋਰਾਂ ਨੇ ਇਹਦਾ ਅੱਜ ਐਲਾਨ ਕੀਤਾ ਕਿ ਇੱਕ ਵਿਧਾਨਕਾਰ ਇੱਕ ਪੈਨਸ਼ਨ, ਬਾਕੀ ਪੈਨਸ਼ਨਾਂ ਸਾਰੀਆਂ ਬੰਦ ਹੋਣਗੀਆਂ। ਇਹ ਵੀ ਉਹਨਾਂ ਨੇ ਇਹ ਗੱਲ ਕਹੀ ਭਗਵੰਤ ਮਾਨ ਹੋਰਾਂ ਨੇ ਕਿ ਵਿਧਾਇਕ ਹੀ ਨਹੀਂ ਬਲਕਿ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਰਹੀ ਜਿਹੜੀ ਪੈਨਸ਼ਨ ਹੈ ਉਹਨੂੰ ਵੀ ਰਿਵਾਈਜ਼ ਕੀਤਾ ਜਾਊਗਾ। ਔਰ ਉਹਨਾਂ ਨੇ ਇਹ ਕਿਹਾ ਕਿ ਇਹਦੇ ਬਾਰੇ ਵਿਸਥਾਰਤ ਜਾਣਕਾਰੀ ਬਹੁਤ ਜਲਦੀ ਜਿਹੜੀ ਉਹ ਜਨਤਕ ਕੀਤੀ ਜਾਊਗੀ ਜੀ। ਔਰ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਸਾਡੇ ਐਮਐਲਏ ਹੱਥ ਜੋੜ ਕੇ ਲੋਕਾਂ ਤੋਂ ਵੋਟਾਂ ਮੰਗਦੇ ਆ। ਕਈ ਇਹ ਗੱਲ ਕਹਿੰਦੇ ਆ ਕਿ ਰਾਜ ਨਹੀਂ ਸੇਵਾ। ਉਹ ਕਹਿੰਦੇ ਕਿ ਹੈਰਾਨੀ ਦੀ ਗੱਲ ਇਹ ਆ ਕਿ ਬਹੁਤ ਸਾਰੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਹਾਰਨ ਤੋਂ ਬਾਅਦ 3.5 ਲੱਖ ਤੋਂ ਲੈ ਕੇ 5.25 ਲੱਖ ਰੁਪਏ ਤੱਕ ਪੈਨਸ਼ਨ ਮਿਲਦੀ ਆ। ਖਜ਼ਾਨੇ ਦੇ ਉੱਤੇ ਕਰੋੜਾਂ ਰੁਪਏ ਦਾ ਬੋਝ ਪੈਂਦਾ। ਉਹਨਾਂ ਨੇ ਕਿਹਾ ਕਈ ਇਸ ਤਰ੍ਹਾਂ ਦੇ ਆ ਜਿਹੜੇ ਲੋਕ ਸਭਾ ਰਾਜ ਸਭਾ ਦੇ ਵਿੱਚ ਵੀ ਰਹੇ, ਐਮਐਲਏ ਦੇ ਵੀ ਰਹੇ, ਉਹਦੀ ਪੈਨਸ਼ਨ ਉਹ ਸਾਰੇ ਦੇ ਸਾਰੇ ਲੈ ਰਹੇ ਆ। ਇਹਦੇ ਵਿੱਚੋਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਦਾ ਨਾਮ ਸ਼ਾਮਿਲ ਹੈ। ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਸੈਂਟਰ ਦੇ ਵਿੱਚ ਰਹੇ ਨੇ, ਸੁਖਬੀਰ ਸਿੰਘ ਬਾਦਲ ਹੋਰੀ ਵੀ ਸੈਂਟਰ ਦੇ ਵਿੱਚ ਅੱਜ ਵੀ ਹੈਗੇ ਨੇ। ਉਹਨਾਂ ਨੇ ਕਿਹਾ ਕਿ ਹੁਣ ਐਮਐਲਏ 2 ਵਾਰੀ ਜਿੱਤੇ ਜਾਂ 7 ਵਾਰੀ ਜਿੱਤੇ, ਉਹਦੀ ਪੈਨਸ਼ਨ ਇੱਕੋ ਟਰਮ ਦੇ ਵਿੱਚ ਉਹਨੂੰ ਮਿਲੂਗੀ, ਇੱਕੋ ਪੈਨਸ਼ਨ ਮਿਲੂਗੀ। ਇਹਦੇ ਨਾਲ ਪੈਨਸ਼ਨ ਦਾ ਜਿਹੜਾ ਕਰੋੜਾਂ ਰੁਪਈਆ ਬਚੂਗਾ ਉਹ ਲੋਕਾਂ ਦੀ ਭਲਾਈ ਦੇ ਉੱਤੇ ਖਰਚ ਕੀਤਾ ਜਾਊਗਾ। ਕਈ ਵਿਧਾਇਕਾਂ ਦੀ ਫੈਮਿਲੀ ਪੈਨਸ਼ਨ ਵੀ ਬਹੁਤ ਜ਼ਿਆਦਾ, ਉਹਨੂੰ ਵੀ ਘੱਟ ਕੀਤਾ ਜਾਊਗਾ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੈਨਸ਼ਨ 5 ਵਾਰੀ ਸੀਐਮ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਬਣਦੀ ਆ। ਉਹਨਾਂ ਨੇ 6.25 ਲੱਖ ਰੁਪਏ ਪੈਨਸ਼ਨ ਮਿਲਦੀ ਸੀ, ਹਾਲਾਂਕਿ ਉਹਨਾਂ ਨੇ ਪਿਛਲੇ ਦਿਨੀ ਇਹ ਇਨਕਾਰ ਕਰ ਦਿੱਤਾ। ਉਹਨਾਂ ਨੇ ਪਤਾ ਸੀਗਾ ਕਿ ਫੈਸਲਾ ਹੋਣ ਜਾ ਰਿਹਾ, ਜਿਹਦੇ ਕਰਕੇ ਉਹਨਾਂ ਨੇ ਅਗਲਵਾਂਡੀ ਵਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਰਜਿੰਦਰ ਕੌਰ ਭੱਠਲ 6 ਵਾਰੀ ਵਿਧਾਇਕ ਰਹੇ ਨੇ। ਲਾਲ ਸਿੰਘ, ਸਰਵਣ ਸਿੰਘ ਫਲੌਰ ਇਹ 3.25 ਲੱਖੀਏ ਨੇ, 5 ਵਾਰੀ ਵਿਧਾਇਕ ਰਹੇ। ਬਲਵਿੰਦਰ ਸਿੰਘ ਭੁੰਦੜ, ਸੁਖਦੇਵ ਸਿੰਘ ਢੀਂਡਸਾ 2.25 ਲੱਖੀਏ ਨੇ। ਔਰ ਬਤੌਰ ਰਾਜ ਸਭਾ ਇਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਤਨਖਾਹ ਮਿਲਦੀ ਸੀ। ਹੁਣ ਇਹਨਾਂ ਦੀ ਟਰਮ ਪੂਰੀ ਹੋਣ ਜਾ ਰਹੀ ਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਉਹ ਪੈਨਸ਼ਨ ਇਹਨਾਂ ਨੂੰ ਮਿਲੂਗੀ। ਕੈਪਟਨ ਅਮਰਿੰਦਰ ਸਿੰਘ ਵੀ ਐਤਕੀ ਚੋਣ ਹਾਰੇ ਨੇ ਤੇ ਉਹਨਾਂ ਨੂੰ ਵੀ ਲੱਖਾਂ ਰੁਪਏ ਜਿਹੜੀ ਉਹ ਪੈਨਸ਼ਨ ਮਿਲਦੀ ਸੀ। ਔਰ ਇਹ ਜਿਹੜਾ ਫੈਸਲਾ ਹੈ ਇਹਦੇ ਨਾਲ ਕੋਈ ਕਰੀਬ 80 ਕਰੋੜ ਰੁਪਏ ਦੇ ਕਰੀਬ ਸਾਲਾਨਾ ਬਚੂਗਾ। ਮੈਂ ਕੈਲਕੂਲੇਟ ਕਰ ਰਿਹਾ ਸੀ, ਜਿਹੜੇ 2 ਫੈਸਲਿਆਂ ਦੀ ਆਪਾਂ ਗੱਲ ਕਰਦੇ ਸੀਗੇ, ਜਿਹੜੇ ਕੱਚੇ ਕਾਮੇ ਨੇ ਉਹਨਾਂ ਨੂੰ ਪੱਕਿਆਂ ਕਰਨਾ ਤੇ ਜਿਹੜੀਆਂ ਨਵੀਆਂ ਜੌਬਸ ਜਿਹੜੀਆਂ, ਜੇ ਤੁਸੀਂ ਇਸ ਪੈਸੇ ਨੂੰ ਉਸ ਪਾਸੇ ਵੱਲ ਪਾ ਦਿਓਗੇ ਤੇ ਮੇਰੀ ਜਾਚੇ ਕਾਫੀ ਹੱਦ ਤੱਕ ਜਿਹੜੇ ਉਹ ਫੈਸਲੇ ਪਹਿਲਾਂ ਲਏ ਆ
ਉਹ ਫੈਸਲੇ ਤੁਹਾਨੂੰ ਦਰੁਸਤ ਲੱਗਣ ਲੱਗ ਜਾਣਗੇ। ਪਾਰਟੀਬਾਜੀ ਤੋਂ ਉੱਪਰ ਉੱਠ ਕੇ, ਸਿਆਸਤ ਤੋਂ ਸਾਈਡ ਤੇ ਹੋ ਕੇ ਮੇਰੀ ਜਾਚੇ ਸਾਰੀਆਂ ਸਿਆਸੀ ਧਿਰਾਂ ਨੂੰ ਇਹਦਾ ਸਵਾਗਤ ਕਰਨਾ ਚਾਹੀਦਾ, ਤਾਂ ਕਿ ਇਸ ਤਰ੍ਹਾਂ ਦੇ ਨਿੱਗਰ ਫੈਸਲੇ, ਕਿਉਂਕਿ ਜਿਹੜਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਨਾ, ਉਹ ਬਹੁਤ ਵੱਡਾ ਕਰਜ਼ਾ ਹੈ ਔਰ ਸਭ ਤੋਂ ਵੱਡੀ ਮੁਸ਼ਕਲ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਦੀ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਆਉਣੀ ਆ। ਤੇ ਜਿਹੜੇ ਇਹ ਫੈਸਲੇ ਲਏ ਗਏ ਆ, ਨਿਰਸੰਦੇਹ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਉਹ ਮਜ਼ਬੂਤ ਕਰਨਗੇ ਕਿ ਅਜਿਹੇ ਵੱਡੇ ਫੈਸਲੇ ਉਹ ਹੋਰ ਲੈ ਸਕਣ ਤੇ ਲੋਕ ਵੀ ਸਾਥ ਦੇਣਗੇ। ਕਿਉਂਕਿ ਲੋਕ ਇੱਕੋ ਹੀ ਗੱਲ ਕਰਦੇ ਆ ਨਾ, ਸਾਡੇ ਤਾਂ ਹਰੇਕ ਜਗ੍ਹਾ ਦੇ ਉੱਤੇ ਆ ਰਹੀ, ਤੇ ਜਦੋਂ ਤੁਹਾਡੇ ਆਉਂਦਾ ਉਦੋਂ ਤੁਸੀਂ ਪੁੱਛਦੇ ਵੀ ਨਹੀਂ, ਚੁੱਪ ਕਰਕੇ ਸਾਰੇ ਭੱਤੇ ਵੀ ਵਧਾ ਲੈਂਦੇ ਹੋ ਤੇ ਤਨਖਾਹਾਂ ਵੀ ਵਧਾ ਲੈਂਦੇ ਹੋ। ਜੀ, ਮਾਨ ਸਰਕਾਰ ਕਹਿੰਦੀ ਹੈ ਕਿ ਪੰਜਾਬ ਤੇ ਜਿਹੜੀ ਕਰਜ਼ੇ ਦੀ ਭੰਡ ਚੜੀ ਉਹ ਅਸੀਂ ਲਾਉਣੀ ਆ, ਤੇ ਵਿਰੋਧੀ ਜਿਹੜੇ ਨੇ ਲਗਾਤਾਰ ਉਹਨਾਂ ਨੂੰ ਨਿੰਦ ਰਹੇ ਨੇ। ਖੈਰ, ਆਉਣ ਵਾਲੇ 5 ਸਾਲਾਂ 'ਚ ਪੰਜਾਬ ਦੇ ਲੋਕਾਂ ਦੇ ਹੱਥ ਕੀ ਆਊਗਾ, ਇਸ ਦਾ ਜਿਹੜਾ ਜਵਾਬ ਆ ਉਹ ਭਵਿੱਖ ਦੇ ਵਿੱਚ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਪੰਜਾਬ ਤੋਂ ਬਾਹਰ ਜਾ ਕੇ ਹੁਣ ਸ਼੍ਰੀਲੰਕਾ ਦੀ ਜੇ ਗੱਲ ਕਰੀਏ ਤੇ ਭੁੱਖਮਰੀ ਦੇ ਨਾਲ ਜੂਝ ਰਿਹਾ ਇਸ ਵੇਲੇ ਸ਼੍ਰੀਲੰਕਾ। 2000 ਰੁਪਏ ਲੀਟਰ ਉੱਥੇ ਦੁੱਧ ਮਿਲ ਰਿਹਾ, ਖਾਣ ਪੀਣ ਦੀਆਂ ਵਸਤਾਂ ਦੀ ਉੱਥੇ ਕਿੱਲਤ ਹੋਈ ਪਈ ਹੈ। ਕੀ ਸ਼੍ਰੀਲੰਕਾ ਨੂੰ ਦੇਖ ਕੇ ਦੁਨੀਆ ਦੇ ਬਾਕੀ ਮੁਲਕਾਂ ਨੂੰ ਵੀ ਅਕਲ ਨੂੰ ਹੱਥ ਮਾਰਨਾ ਚਾਹੀਦਾ, ਕੁਝ ਸਿੱਖਣਾ ਚਾਹੀਦਾ ਉਹਨਾਂ ਨੂੰ ਵੀ? ਦੇਖੋ, ਉਹਨੂੰ ਮੈਂ 2 ਤਰੀਕੇ ਦੇ ਨਾਲ ਜਿਹੜਾ ਉਹ ਦੇਖ ਰਿਹਾ। ਇੱਕ ਤਾਂ ਸਿਆਣੇ ਕਹਿੰਦੇ ਨੇ ਹਮਸਾਇਆ ਮਾਂ ਪਿਓ ਜਾਇਆ। ਜਿਹੜਾ ਗੁਆਂਢੀ ਹੁੰਦਾ ਉਹ ਠੀਕ ਠਾਕ ਹੋਵੇ ਤੇ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਨਾ ਉਹ ਘੱਟ ਹੋ ਜਾਂਦੀਆਂ ਨੇ। ਗੁਆਂਢੀ ਤੁਸੀਂ ਬਾਏ ਚੋਇਸ ਨਹੀਂ ਚੁਣ ਸਕਦੇ, ਇਹ ਤੁਹਾਡਾ ਲੱਕ ਹੁੰਦਾ ਕਿ ਤੁਹਾਡਾ ਗੁਆਂਢ ਕਿਹੋ ਜਿਹਾ। ਚੰਗਾ ਗੁਆਂਢ ਹੋਵੇ ਤੇ ਟਾਈਮ ਸੌਖਾ ਲੰਘ ਜਾਂਦਾ। ਹਾਲਾਤ ਪਾਕਿਸਤਾਨ ਦੇ ਵਿੱਚ ਵੀ ਲੋਕਾਂ ਦੇ ਬਹੁਤ ਚੰਗੇ ਨਹੀਂ ਗਏ। ਪਾਕਿਸਤਾਨ ਦੇ ਵਿੱਚ ਅਸਥਿਰਤਾ ਜਿਹੜੀ ਹੈ ਉਹ ਲਗਾਤਾਰ ਉਹਦੀਆਂ ਵੱਖ-ਵੱਖ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਪਾਕਿਸਤਾਨ ਦਾ ਮੰਦਾ ਹਾਲ ਵੀ ਉੱਥੋਂ ਦੇ ਪੋਲੀਟੀਸ਼ੀਅਨਾਂ ਨੇ ਜ਼ਿਆਦਾ ਕੀਤਾ ਔਰ ਉਹ ਡਿਪੈਂਡ ਰਹਿ ਗਿਆ ਬਾਹਰਲੇ ਮੁਲਕਾਂ ਦੇ ਉੱਤੇ। ਉਹਦੀ ਚਲੋ ਅੱਜ ਗੱਲ ਨਹੀਂ ਕਰਾਂਗੇ, ਫਿਰ ਕਿਸੇ ਦਿਨ ਜ਼ਰੂਰ ਉਹਦੀ ਗੱਲ ਵੀ ਛੋਹਾਂਗੇ ਕਿ ਇਮਰਾਨ ਖਾਨ ਹੋਰਾਂ ਦੀ ਮੌਜੂਦਾ ਸਥਿਤੀ ਜਿਹੜੀ ਆ ਉਹ ਪਾਕਿਸਤਾਨ ਨੂੰ ਕਿਸ ਪਾਸੇ ਵੱਲ ਲੈ ਜਾਊਗੀ। ਇੱਕ ਸਾਡਾ ਹੋਰ ਗਵਾਂਢੀ ਮੁਲਕ ਹੈ ਸ੍ਰੀਲੰਕਾ, ਔਰ ਸ੍ਰੀਲੰਕਾ ਦੇ ਵਿੱਚ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਬੜੀ ਖਤਰਨਾਕ ਬਣੀ ਹੋਈ ਹੈ, ਖਤਰਨਾਕ ਬਣਦੀ ਤੁਰੀ ਜਾ ਰਹੀ ਹੈ। ਪਹਿਲਾਂ ਜਿਹੜੀ ਸਿਚੁਏਸ਼ਨ ਕਿਉਂ ਬਣੀ ਇਹਦੀ ਗੱਲ ਥੋੜੀ ਜਿਹੀ ਮੈਂ ਜਿਹੜੀ ਉਹ ਕਰਨੀ ਚਾਹੂੰਗਾ। ਇਸ ਵੇਲੇ ਉੱਥੇ ਖੰਡ ਜਿਹੜੀ ਆ ਉਹ 290 ਰੁਪਏ ਜਿਹੜੀ ਆ ਉਹ ਮਿਲ ਰਹੀ ਆ। ਕਿਲੋ ਚੌਲ 500 ਰੁਪਏ, 400 ਗ੍ਰਾਮ ਜਿਹੜਾ ਮਿਲਕ ਪਾਊਡਰ ਆ ਉਹ 790 ਰੁਪਏ ਦਾ ਮਿਲ ਰਿਹਾ। ਪੈਟਰੋਲ ਤੇ ਜਿਹੜੇ ਰੇਟ ਨੇ 50 ਰੁਪਏ ਤੇ ਡੀਜ਼ਲ ਦੇ ਰੇਟ 75 ਰੁਪਏ ਤੱਕ ਵੱਧ ਚੁੱਕੇ ਹੋਏ ਆ। 1948 ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ ਸ੍ਰੀਲੰਕਾ ਸਭ ਤੋਂ ਵੱਡੀ ਆਰਥਿਕ ਮੰਦਹਾਲੀ, ਬਦਹਾਲੀ ਦੇ ਵਿੱਚੋਂ ਲੰਘ ਰਿਹਾ ਔਰ ਚੀਨ ਦੇ ਕਰਜ਼ ਦੇ ਜਾਲ ਦੇ ਵਿੱਚ ਫਸਿਆ ਸ੍ਰੀਲੰਕਾ ਦਿਵਾਲੀਆ ਹੋਣ ਦੇ ਕੰਢੇ ਦੇ ਉੱਤੇ ਆ। ਔਰ ਜਿਹੜਾ ਸ੍ਰੀਲੰਕਾ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਸਾਰੀਆਂ ਦੀਆਂ ਉਹ ਅਸਮਾਨ ਛੂ ਰਹੀਆਂ ਨੇ। ਆਇਲ, ਫੂਡ, ਪੇਪਰ, ਖੰਡ, ਦਾਲ, ਦਵਾਈਆਂ, ਟਰਾਂਸਪੋਰਟੇਸ਼ਨ ਦੇ ਨਾਲ ਜੁੜੇ ਇਕਵਿਪਮੈਂਟ ਜਿਹੜੇ ਆ ਉਹ ਇੰਪੋਰਟ ਦੇ ਉੱਤੇ ਪੂਰੇ ਤਰੀਕੇ ਨਾਲ ਨਿਰਭਰ ਨੇ। ਸ੍ਰੀਲੰਕਾ ਦੇ ਕੋਲੇ ਇਹਨਾਂ ਜ਼ਰੂਰੀ ਚੀਜ਼ਾਂ ਨੂੰ ਸਿਰਫ 15 ਦਿਨ ਤੱਕ ਇੰਪੋਰਟ ਕਰਨ ਦੇ ਪੈਸੇ ਬਚੇ ਆ। ਮਾਰਚ ਦੇ ਵਿੱਚ ਦੇਸ਼ ਦੇ ਕੋਲੇ ਸਿਰਫ $2.36 ਬਿਲੀਅਨ ਬਚਿਆ। ਹਾਲਾਤ ਇਸ ਤਰ੍ਹਾਂ ਦੇ ਆ ਕਿ ਸਰਕਾਰ ਦੇ ਕੋਲੇ ਐਗਜ਼ਾਮ ਦੇ ਪੇਪਰ ਛਾਪਣ, ਕਾਗਜ਼ ਤੇ ਸਿਆਹੀ ਤੱਕ ਹੈ ਨਹੀਂ ਗੀ। ਡੀਜ਼ਲ, ਪੈਟਰੋਲ ਤੇ ਗੈਸ ਦੇ ਮਾਮਲੇ ਦੇ ਵਿੱਚ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਆ। 2 ਹਫ਼ਤੇ ਪਹਿਲਾਂ ਪੈਟਰੋਲ ਦੇ ਰੇਟਾਂ ਦੇ ਵਿੱਚ 50 ਰੁਪਏ ਤੇ ਡੀਜ਼ਲ ਦੇ ਰੇਟਾਂ ਦੇ ਵਿੱਚ 75 ਰੁਪਏ ਤੱਕ ਪਰ ਲੀਟਰ ਵਧਾਏ ਗਏ ਔਰ 1 ਲੀਟਰ ਪੈਟਰੋਲ 254 ਰੁਪਏ ਸ੍ਰੀਲੰਕਾਈ ਰੁਪਏ ਦੇ ਵਿੱਚ ਮਿਲ ਰਿਹਾ। ਡੀਜ਼ਲ 176 ਰੁਪਏ ਲੀਟਰ ਦੇ ਹਿਸਾਬ ਦੇ ਨਾਲ ਮਿਲ ਰਿਹਾ।
श्रीलंका ਦੇ ਵਿੱਚ ਪੈਟਰੋਲ ਡੀਜ਼ਲ ਖਰੀਦਣ ਦੇ ਚੱਕਰ ਦੇ ਵਿੱਚ ਕੁਝ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੋਈ ਆ। ਹਾਲਾਤ ਇਸ ਕਦਰ ਵਿਗੜ ਚੁੱਕੇ ਆ ਕਿ श्रीलंका ਦੀ ਸਰਕਾਰ ਨੇ ਪੈਟਰੋਲ ਪੰਪਾਂ ਤੇ ਗੈਸ ਸਟੇਸ਼ਨਾਂ ਦੇ ਉੱਤੇ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ। ਪੈਟਰੋਲ ਪੰਪਾਂ ਦੇ ਉੱਤੇ ਲੰਬੀਆਂ ਲਾਈਨਾਂ ਵੇਖੀਆਂ ਜਾ ਸਕਦੀਆਂ ਨੇ। श्रीलंका ਦੇ ਵਿੱਚ 20% ਪਰਿਵਾਰ ਜਿਹੜੇ ਆ ਉਹ ਰੋਟੀ ਬਣਾਉਣ ਦੇ ਵਾਸਤੇ ਕੈਰੋਸੀਨ ਦੇ ਉੱਤੇ ਅਜੇ ਵੀ ਨਿਰਭਰ ਨੇ। ਇਹਦੇ ਬਾਵਜੂਦ ਕੈਰੋਸੀਨ ਜਿਹੜੀ ਆ ਉਹ ਲੋਕਾਂ ਨੂੰ ਨਹੀਂ ਮਿਲ ਰਹੀ। ਇਹ ਪੰਪਾਂ ਤੋਂ ਹੀ ਹੁੰਦੀ ਆ ਉੱਥੇ ਜਿਹੜੀ ਉਹ ਸਪਲਾਈ। ਪੈਟਰੋਲੀਅਮ ਜਨਰਲ ਇੰਪਲਾਈਜ਼ ਯੂਨੀਅਨ ਜਿਹੜੀ ਆ ਉਹ ਇਹ ਕਹਿੰਦੀ ਆ ਕਿ श्रीलंका ਦੇ ਵਿੱਚ ਸਥਿਤੀ ਇੰਨੀ ਗੰਭੀਰ ਆ ਕਿ ਕਰੂਡ ਆਇਲ ਦਾ ਸਟਾਕ ਨਾ ਹੋਣ ਕਰਕੇ ਸਰਕਾਰ ਨੂੰ ਆਪਣੀ ਇੱਕੋ ਇੱਕ ਆਇਲ ਰਿਫਾਈਨਰੀ ਨੂੰ ਬੰਦ ਕਰਨਾ ਪੈ ਗਿਆ। ਔਰ ਇਹਦੇ ਨਾਲ 12.5 ਕਿਲੋ ਵਾਲੇ ਘਰੇਲੂ ਸਿਲੰਡਰ ਦੇ ਰੇਟ ਜਿਹੜੇ ਆ ਉਹ 1359 ਰੁਪਏ ਵੱਧ ਗਏ ਆ ਤੇ ਸਿਲੰਡਰ ਦਾ ਰੇਟ 4119 ਰੁਪਏ श्रीलंकन ਕਰੰਸੀ ਦੇ ਵਿੱਚ ਹੋ ਗਿਆ। श्रीलंका ਦੇ ਵਿੱਚ ਫੂਡ ਇਨਫਲੇਸ਼ਨ ਜਿਹੜਾ ਉਹ ਵੱਧ ਕੇ 25.7% ਤੱਕ ਚਲੇ ਗਿਆ। ਦੁੱਧ ਬ੍ਰੈਡ ਵਰਗੀਆਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਨੇ, ਜਿਹਦੇ ਕਰਕੇ ਭੁੱਖਮਰੀ ਪੈਣ ਦੇ ਅਸਾਰ ਬਣ ਗਏ ਨੇ। ਬਲਕਿ ਬਹੁਤ ਵੱਡੇ ਪੱਧਰ ਦੇ ਉੱਤੇ ਭੁੱਖਮਰੀ ਜਿਹੜੀ ਆ ਉਹ ਪੈ ਰਹੀ ਆ। ਕਈ ਐਕਸਪਰਟ ਇਹ ਕਹਿੰਦੇ ਆ ਕਿ ਚਾਈਨਾ ਦੇ ਕਰਜ਼ੇ ਦੇ ਜਾਲ ਦੇ ਵਿੱਚ ਫਸਣ ਕਰਕੇ श्रीलंका ਦੀ ਇਹ ਹਾਲਤ ਹੋਈ ਆ। श्रीलंका ਨੇ ਚੀਨ ਦੇ ਕੁੱਲ $5 ਬਿਲੀਅਨ ਦਾ ਕਰਜ਼ਾ ਦਿੱਤਾ ਹੋਇਆ। ਇਹਦੇ ਨਾਲ श्रीलंका ਨੇ ਭਾਰਤ ਤੇ ਜਾਪਾਨ ਤੋਂ ਵੀ ਕਰਜ਼ਾ ਲਿਆ ਹੋਇਆ। श्रीलंका ਨੇ 2021 ਦੇ ਵਿੱਚ ਵੀ ਚਾਈਨਾ ਤੋਂ $1 ਬਿਲੀਅਨ ਦਾ ਹੋਰ ਕਰਜ਼ਾ ਲਿਆ ਸੀਗਾ। श्रीलंका ਦੇ ਰਾਸ਼ਟਰਪਤੀ ਗੁਤਬਾਇਆ ਰਾਜਪਕਸ਼ੇ ਨੇ ਕਰਜ਼ੇ ਦੀਆਂ ਸ਼ਰਤਾਂ ਨੂੰ ਸੌਖਿਆਂ ਕਰਨ ਦੇ ਵਾਸਤੇ ਚਾਈਨਾ ਨੂੰ ਕਿਹਾ। ਉਹ ਕਹਿੰਦਾ ਨਾ, ਜਿਹੜੀਆਂ ਸ਼ਰਤਾਂ ਤੇ ਇਹ ਕਰਜ਼ਾ ਲਿਆ ਉਹਨਾਂ ਹੀ ਸ਼ਰਤਾਂ ਦੇ ਉੱਤੇ ਤੁਹਾਨੂੰ ਇਹ ਵਾਪਸ ਕਰਨਾ ਪਊਗਾ। श्रीलंका ਦੇ ਰਾਸ਼ਟਰਪਤੀ ਨੇ ਚਾਈਨਾ ਤੋਂ ਬਹੁਤ ਵੱਡਾ ਕਰਜ਼ਾ ਲਿਆ ਹੋਇਆ ਔਰ ਜਿਹੜਾ ਹੰਬਨ ਤੋਤਾ ਪੋਰਟ ਹੈ ਉਹ ਲਗਭਗ 1000 ਕਰੋੜ ਰੁਪਏ ਦੇ ਵਿੱਚ ਚਾਈਨਾ ਨੂੰ ਲੀਜ਼ ਤੇ ਦਿੱਤਾ। ਜਿਹੜਾ ਇਹਦਾ ਇੰਪੈਕਟ ਹੈ श्रीलंका ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਟੂਰਿਜ਼ਮ ਦੇ ਉੱਤੇ ਬਹੁਤ ਕੁਝ ਨਿਰਭਰ ਹੈ। श्रीलंका ਦੀ ਆਬਾਦੀ 2 ਕਰੋੜ ਤੇ 19 ਲੱਖ ਹੈ, ਆਪਣੇ ਪੰਜਾਬ ਤੋਂ ਛੋਟਾ, ਔਰ ਇਹਦੀ ਲਗਭਗ 25% ਆਬਾਦੀ ਟੂਰਿਜ਼ਮ ਦੇ ਨਾਲ ਜੁੜੀ ਹੋਈ ਹੈ। ਜਦੋਂ ਜਿਹੜੀ ਉਹ ਅਣਸੁਰੱਖਿਅਤ ਹੋ ਗਿਆ ਸਾਰਾ ਕੁਝ, ਇਹ ਪੈਟਰੋਲ ਪੰਪ ਦੇ ਉੱਤੇ ਵੀ ਤੁਹਾਨੂੰ ਫੌਜ ਲਾਉਣੀ ਪੈ ਗਈ, ਭੁੱਖਮਰੀ ਲੁੱਟ ਖਸੁੱਟ ਹੋ ਗਈ ਸ਼ੁਰੂ, ਤੇ ਜਿਹੜੇ ਟੂਰਿਜ਼ਮ ਹੈ ਉਹ ਨਹੀਂ ਜਾਊਗਾ ਜੀ। ਟੂਰਿਜ਼ਮ ਉਹ ਤਾਂ ਸੁਰੱਖਿਅਤ ਥਾਵਾਂ ਦੇ ਉੱਤੇ ਜਾਂਦਾ ਨਾ, ਉੱਥੇ ਸਾਰਾ ਕੁਝ ਅਣਸੁਰੱਖਿਅਤ ਹੋ ਗਿਆ ਜੀ, ਜਿਹਦੀ ਵਜ੍ਹਾ ਕਰਕੇ श्रीलंका ਦੇ ਵਾਸਤੇ ਮੁਸੀਬਤ ਜਿਹੜੀ ਆ ਉੱਥੋਂ ਦੇ ਲੋਕਾਂ ਦੇ ਵਾਸਤੇ ਜਿਹੜੇ ਟੂਰਿਜ਼ਮ ਤੇ ਡਿਪੈਂਡ ਨੇ ਉਹ ਬਹੁਤ ਵੱਡੀ ਹੋ ਗਈ ਇਸ ਵੇਲੇ। ਵੀ ਬਣੂਗਾ ਕਿ ਜਿਹੜਾ ਉਹਦਾ ਇਹ ਕੁਝ ਨਹੀਂ ਜਿਹੜਾ ਜੀ ਉਹ ਪਤਾ। श्रीलंका ਇਹਦੇ ਵਿੱਚ ਉਭਰਨ ਦੇ ਵਾਸਤੇ ਭਾਰਤ ਤੇ ਚਾਈਨਾ ਤੋਂ ਮਦਦ ਮੰਗ ਰਿਹਾ। ਚਾਈਨਾ श्रीलंका ਨੂੰ $2.5 ਬਿਲੀਅਨ ਦਾ ਕਰਜ਼ ਦੇਣ ਦੇ ਉੱਤੇ ਵਿਚਾਰ ਕਰ ਰਿਹਾ। ਇਹ $2.8 ਬਿਲੀਅਨ ਦੀ ਸਹਾਇਤਾ ਤੋਂ ਬਿਨਾਂ ਆ ਜਿਹਨੇ ਚਾਈਨਾ ਨੇ ਕਰੋਨਾ ਮਹਾਮਾਰੀ ਤੋਂ ਬਾਅਦ श्रीलंका ਨੂੰ ਦਿੱਤਾ ਸੀ। ਜਿਹੜਾ ਚਾਈਨਾ ਹੈ ਸ਼ਾਇਦ ਉਹ ਇਹ ਸੋਚਦਾ ਆ ਕਿ ਉਹ श्रीलंका ਨੂੰ ਪੂਰੇ ਤਰੀਕੇ ਨਾਲ ਕਰਜ਼ਾਈ ਕਰਕੇ ਫਿਰ ਉਹਦੇ ਪੋਰਟ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਵਰਤੇ। ਇਹਦਾ ਇੰਪੈਕਟ ਜਿਹੜਾ ਨਾ ਉਹ ਇਸ ਪੂਰੇ ਖਿੱਤੇ ਦੇ ਉੱਤੇ ਪਊਗਾ ਜੇ ਇਸ ਤਰ੍ਹਾਂ ਦਾ ਕੁਝ ਹੁੰਦਾ, ਕਿਉਂਕਿ ਚਾਈਨਾ ਬੜੀ ਤੇਜ਼ੀ ਦੇ ਨਾਲ ਚੜ੍ਹਦਾ ਤੁਰਿਆ ਆਉਂਦਾ। ਉਹ ਟੋਟਲ ਜਿਹੜਾ ਬਿਜ਼ਨਸ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ। ਉਹਨੂੰ ਇਹ ਦੱਸਦਾ ਕਿ ਚਾਈਨਾ ਦੇ ਜਿਹੜੇ ਪੋਰਟ ਨੇ ਜੇ ਉੱਥੇ ਉਹਨੂੰ ਉਹਦੇ ਆ ਜਾਂਦੇ ਨੇ ਕਾਬੂ ਦੇ ਵਿੱਚ, ਤੇ ਫਿਰ ਉਹ ਭਾਰਤ ਦੇ ਮੁੱਢ ਵੀ ਆ ਕੇ ਬਹਿ ਜਾਊਗਾ ਔਰ ਉਹ ਸ਼ਰਾਰਤਾਂ ਉਸੇ ਕਿਸਮ ਦੀਆਂ ਕਰੂਗਾ। ਇੱਕ ਤਾਂ ਇਹਦਾ ਇਹ ਇੰਪੈਕਟ ਹੈ ਜਿਹੜਾ ਕਿ ਪਾਕਿਸਤਾਨ ਦੇ ਨਾਲ ਵੀ ਇਸੇ ਤਰੀਕੇ ਦਾ ਦੇਖਿਆ ਜਾ ਸਕਦਾ ਹੈ ਕਿ ਹਾਲਾਂਕਿ ਪਾਕਿਸਤਾਨ ਹੁਣ ਤੁਸੀਂ ਪਿਛਲੇ ਸਮੇਂ ਤੋਂ ਨੋਟ ਕੀਤਾ ਹੋਊਗਾ ਕਿ ਅਮਰੀਕਾ ਤੋਂ ਤਾਂ ਪਾਸੇ ਹੋ ਗਿਆ ਜੀ, ਹੁਣ ਉਹ ਚਾਈਨਾ ਦੇ ਨੇੜੇ ਹੋ ਗਿਆ। ਚਾਈਨਾ ਉਹਨੂੰ ਵੀ ਕਰਜ਼ਾ ਦੇ ਰਿਹਾ। ਇਹ ਇੱਕ ਜਿਹੜਾ ਚਾਈਨਾ ਹੈ ਉਹ ਇਸ ਖਿੱਤੇ ਦੇ ਵਿੱਚ ਆਪਣੇ ਆਪ ਨੂੰ ਬੇਤਾਜ ਬਾਦਸ਼ਾਹ ਸਿੱਧ ਕਰਨ ਦੇ ਵਾਸਤੇ ਸਾਰਾ ਕੁਝ ਕਰ ਰਿਹਾ। ਇਹਦੇ ਨਾਲ ਹੀ ਭਾਰਤ ਨੂੰ ਜੋੜਨਾ ਚਾਹੁੰਦੀ ਸੀ ਕਿ ਅਸੀਂ ਸ਼੍ਰੀਲੰਕਾ ਦੀ ਗੱਲ ਕਰ ਰਹੇ ਕਿ ਉੱਥੇ ਮਹਿੰਗਾਈ ਬੜੀ ਹੋ ਗਈ, ਪਰ ਕੋਵਿਡ ਤੋਂ ਬਾਅਦ ਜੇ ਭਾਰਤ ਦੀ ਗੱਲ ਕਰੀਏ ਤੇ ਇੱਥੇ ਵੀ ਮਹਿੰਗਾਈ ਜਿਹੜੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਪਿਛਲੇ 4 ਦਿਨਾਂ 'ਚ 2.5 ਰੁਪਏ ਤੇਲ ਫਿਰ ਮਹਿੰਗਾ ਹੋ ਗਿਆ, ਪੈਟਰੋਲ ਡੀਜ਼ਲ ਹੋਰ ਵੀ ਜਿੰਨੀਆਂ ਵੀ ਚੀਜ਼ਾਂ ਉਹ ਅਸਮਾਨ ਨੂੰ ਛੂਹ ਰਹੀਆਂ ਨੇ। ਕਿਤੇ ਭਾਰਤ ਦਾ ਵੀ ਇਹੀ ਹਾਲ ਨਾ ਹੋ ਜੇ। ਦੇਖੋ, ਮੇਰਾ ਇਹੀ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਮਹਿੰਗਾਈ ਇੱਥੇ ਵੱਧ ਰਹੀ ਹੈ,
ਜਿਵੇਂ ਪੈਟਰੋਲ ਡੀਜ਼ਲ, ਕਿਉਂਕਿ ਇੱਥੇ ਇਲੈਕਸ਼ਨਾਂ ਕਰਕੇ ਕੰਟਰੋਲ ਰਿਹਾ ਨਾ, ਤੁਸੀਂ ਦੇਖਣਾ ਪੈਟਰੋਲ ਜਿਹੜਾ ਉਹ ਘੱਟੋ ਘੱਟ 25 ਰੁਪਏ ਅਪ ਚਲੇ ਜਾਣਾ ਜੀ, ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ ਸੀਗਾ। ਔਰ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਦੀਆਂ ਨੇ, ਫਿਰ ਭਾੜੇ ਜਿਹੜਾ, ਕਿਉਂਕਿ ਢੋਆ ਢੁਆਈ ਹੈ ਟਰਾਂਸਪੋਰਟ, ਉਹਦੇ ਉੱਤੇ ਸਿੱਧਾ ਅਸਰ ਪੈਂਦਾ। ਇਹਦਾ ਅਸਰ ਬਿਲਕੁਲ ਇੱਥੇ ਪੈਣਾ। ਇੱਕ ਤਾਂ ਇਸ ਪੱਖੋਂ ਪੈਣਾ ਕਿ ਸ੍ਰੀਲੰਕਾ ਦੇ ਵਿੱਚ, ਕਿਉਂਕਿ ਆਪਾਂ ਤਮਿਲ ਸਮੱਸਿਆ ਦੇ ਨਾਲ ਜੂਝਦੇ ਰਹੇ ਹਾਂ, ਮੈਂ ਉਸ ਪਾਸੇ ਗਿਆ ਤੇ ਗੱਲ ਲੰਬੀ ਹੋ ਜੂਗੀ, ਉਹ ਵੀ ਪਤਾ। ਔਰ ਲੋਕ ਹੋ ਸਕਦਾ ਹੈ ਕਿ ਉੱਥੋਂ ਇਸ ਪਾਸੇ ਵੱਲ ਨੂੰ ਭੁੱਖਮਰੀ ਦੇ ਕਰਕੇ ਵਧਣ, ਜੇ ਇਸ ਪਾਸੇ ਵੱਲ ਆਉਂਦੇ ਆ ਤੇ ਉਹ ਨਵੀਂ ਸਮੱਸਿਆ ਖੜੀ ਹੋਊਗੀ। ਦੂਸਰਾ, ਜਿਹੜੀ ਇੱਥੇ ਮੈਂ ਇਹਨੂੰ ਖੇਤੀ ਕਾਨੂੰਨਾਂ ਦੇ ਨਾਲ ਵੀ ਜੋੜ ਕੇ ਦੇਖਣਾ ਚਾਹੁੰਦਾ ਜੀ, ਕਿਉਂਕਿ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਇਹ 3 ਸੂਬੇ ਨੇ ਜਿਹੜੇ ਸਭ ਤੋਂ ਵੱਧ ਕਣਕ ਪੈਦਾ ਕਰਦੇ ਆ ਜੀ। ਜਿਹੜੇ ਯੂਕਰੇਨ ਦੇ ਵਿੱਚ ਜੰਗ ਲੱਗੀ ਆ, ਯੂਕਰੇਨ ਦੇ ਵਿੱਚ ਲੱਗੀ ਜੰਗ ਦੀ ਵਜ੍ਹਾ ਕਰਕੇ ਇਸ ਵਾਰੀ ਕਣਕ ਦੇ ਵਾਸਤੇ ਵੀ ਮਾਰਾਮਾਰੀ ਹੋਣੀ ਆ। ਜਿਹੜਾ ਇੱਥੇ ਇੰਨੀ ਕਣਕ ਹੁੰਦੀ ਆ ਕਿ ਕਈ ਦਿਨ ਆਪਾਂ ਮੰਡੀਆਂ ਦੇ ਵਿੱਚ ਰੁਲਦੀ ਦੇਖਦੇ ਆ। ਜੇ ਕਿਤੇ ਭਾਰਤ ਕੁਝ ਸਿਆਣਪ ਤੋਂ ਕੰਮ ਲਵੇ ਤੇ ਉਹ ਵਿਸ਼ਵ ਦੇ ਕੁਝ ਉਹਨਾਂ ਮੁਲਕਾਂ ਦੇ ਨਾਲ ਸੰਪਰਕ ਕਰੇ ਜਿਹੜੇ ਕਿ ਕਣਕ ਦੇ ਖਰੀਦਦਾਰ ਨੇ, ਤਾਂ ਭਾਰਤ ਇੱਕ ਚੰਗੀ ਬਿਹਤਰ ਸਥਿਤੀ ਦੇ ਵਿੱਚ ਆ ਸਕਦਾ ਹੈ। ਜੇ ਉਹ ਆਉਂਦਾ ਤੇ ਇਹਦਾ ਫਾਇਦਾ ਕਿਸਾਨਾਂ ਨੂੰ ਹੋਵੇ ਜੀ, ਜਿਹੜੇ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਨੂੰ। ਜੇ ਭਾਰਤ ਦੀ ਕਣਕ ਮਹਿੰਗੀ ਵਿਕਦੀ ਹੈ ਤਾਂ ਉਹ ਬੋਨਸ ਦੇ ਰੂਪ ਦੇ ਵਿੱਚ ਕਿਸਾਨਾਂ ਨੂੰ ਦਿੱਤਾ ਜਾਵੇ, ਜਾਂ ਜਿਹੜਾ ਪੈਸਾ ਭਾਰਤ ਐਕਸਟਰਾ ਕਮਾਉਂਦਾ ਉਹ ਕਣਕ ਤੋਂ ਇਲਾਵਾ ਫਿਰ ਜਿਹੜੀ ਝੋਨੇ ਦੀ ਫਸਲ ਆ ਖਾਸ ਤੌਰ ਦੇ ਉੱਤੇ, ਉਹਨੂੰ ਲਾਂਭੇ ਕਰਨ ਦੇ ਵਾਸਤੇ ਉਹ ਕਿਸਾਨਾਂ ਨੂੰ MSP ਦੇਵੇ। 2 ਹੋਰ ਚੀਜ਼ਾਂ ਦੇ ਉੱਤੇ, ਉਹ ਇੱਕ ਜੌਂ ਤੇ ਦੂਸਰੀ ਸੂਰਜਮੁਖੀ ਹੋ ਸਕਦੀ ਹੈ। ਕਿਉਂਕਿ ਜਿਹੜੀ ਈਵਨ ਪ੍ਰਧਾਨ ਮੰਤਰੀ ਵੀ ਇਹ ਗੱਲ ਕਹਿੰਦੇ ਨੇ ਕਿ ਆਪਦਾ ਚੋਂ ਅਵਸਰ, ਮੁਸੀਬਤ ਦੇ ਵਿੱਚੋਂ ਤੁਸੀਂ ਹੱਲ ਕਿਵੇਂ ਲੱਭਦੇ ਹੋ, ਰਾਹ ਕਿਵੇਂ ਕੱਢਦੇ ਹੋ। ਇਹਨੂੰ ਉਸ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹ ਇੱਕ ਹੋ ਸਕਦਾ ਜੇ ਇਦਾਂ ਦਾ ਫੈਸਲਾ ਹੋ ਜੇ ਤਾਂ। ਇੱਕ ਦੂਸਰਾ ਇਹ ਕਿ ਅੱਜ ਸਾਨੂੰ ਸੋਚਣਾ ਪਊਗਾ, ਹਰੇਕ ਬੰਦੇ ਨੂੰ ਸੋਚਣਾ ਪਊਗਾ ਕਿ ਜੇ ਅੰਨ ਨਹੀਂ ਹੈਗਾ, ਫੂਡ ਨਹੀਂ ਹੈਗਾ ਤੇ ਜ਼ਿੰਦਗੀ ਨਹੀਂ ਹੈਗੀ ਜੀ। ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾ ਕੇ ਕਿੰਨਾ ਫੂਡ ਵੇਸਟ ਕਰਦੇ ਆ, ਸਾਡੇ ਲੰਗਰਾਂ ਦੇ ਵਿੱਚ ਕਿੰਨਾ ਫੂਡ ਵੇਸਟ ਹੁੰਦਾ, ਸੜਕਾਂ ਦੇ ਉੱਤੇ ਲੱਗਦੇ ਲੰਗਰ ਜਿਹੜੇ ਨੇ ਉਹਨਾਂ ਦੇ ਵਿੱਚ ਅਥਾਹ ਫੂਡ ਵੇਸਟ ਹੁੰਦਾ। ਜੇ ਮੈਂ ਗਲਤ ਨਾ ਹੋਵਾਂ ਤਾਂ 50% ਤੋਂ ਉੱਪਰ ਅਸੀਂ ਫੂਡ ਵੇਸਟ ਕਰਦੇ ਆ ਜੀ। ਸਾਡੀ ਇਹ ਪਤਾ ਨਹੀਂ ਕਿਹੋ ਜੀ ਆਦਤ ਆ ਕਿ ਪਹਿਲਾਂ ਲੋੜ ਤੋਂ ਵੱਧ ਪਾਉਣਾ ਤੇ ਫਿਰ ਲੋੜ ਤੋਂ ਵੱਧ ਛੱਡਣਾ। ਇਸ ਮਾਮਲੇ ਦੇ ਉੱਤੇ ਸਾਨੂੰ ਸ੍ਰੀਲੰਕਾ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਅੱਜ ਇੱਕ ਵਾਰੀ ਫੇਰ ਤੋਂ ਆਪਣੇ ਆਪ ਦੇ ਉੱਤੇ ਇੰਪਲੀਮੈਂਟ ਕਰਨਾ ਪਊਗਾ। ਇਹ ਸਰਕਾਰਾਂ ਨੇ ਨਹੀਂ ਕਰਨਾ, ਨਾ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਉਹ ਤੁਹਾਡੀ ਪਲੇਟ ਵੇਖਣ ਕਿ ਤੁਸੀਂ ਕਿੰਨਾ ਫੂਡ ਪਾਇਆ। ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਤੁਸੀਂ ਕਿਸੇ ਪਾਰਟੀ 'ਚ ਹੋਵੋ, ਮੈਂ ਤੁਹਾਨੂੰ ਥੋੜੀ ਰੋਕ ਸਕਦਾ ਜੀ ਕਿ ਤੁਸੀਂ ਕਿੰਨਾ ਫੂਡ ਪਾਓ। ਹਾਂ, ਇਹ ਮੇਰੀ ਰਿਸਪੌਂਸਿਬਿਲਿਟੀ ਆ ਕਿ ਜਿੰਨੀ ਮੈਨੂੰ ਜ਼ਰੂਰਤ ਆ, ਜੇ ਮੈਂ 2 ਚਮਚੇ ਖਾਣੇ ਆ ਤਾਂ ਮੈਂ 2 ਚਮਚੇ ਪਾਵਾਂ, ਜੇ 4 ਖਾਣੇ ਆ ਤੇ 4 ਚਮਚੇ ਪਾਵਾਂ। ਅਸੀਂ ਆਪਣੇ ਬੱਚਿਆਂ ਨੂੰ ਇਸ ਮਾਮਲੇ ਦੇ ਉੱਤੇ ਅਵੇਅਰ ਕਰੀਏ ਕਿ ਇਹ ਫੂਡ ਦੀ ਸਮੱਸਿਆ ਅੱਜ ਸ੍ਰੀਲੰਕਾ 'ਚ ਆ ਰਹੀ ਆ, ਬਾਕੀ ਸਾਰੇ ਜਗ੍ਹਾ ਦੇ ਉੱਤੇ ਇਹ ਆਉਣ ਵਾਲੀ ਆ। ਵਿਸ਼ਵ ਦੇ ਉੱਤੇ ਇਹਦਾ ਅਸਰ ਪਊਗਾ। ਜਿਹੜੀ ਯੂਕਰੇਨ ਤੇ ਰਸ਼ੀਆ ਵਾਲੀ ਲੜਾਈ ਹੋ ਰਹੀ ਆ, ਮੈਂ ਇਹਨੂੰ ਕਿਸਾਨੀ ਅੰਦੋਲਨ ਤੇ ਖੇਤੀ ਕਾਨੂੰਨਾਂ ਨਾਲ ਤਾਂ ਜੋੜਨਾ ਚਾਹੁੰਦਾ ਕਿ ਜਿਵੇਂ ਹੁਣ ਸਰਕਾਰ ਦੇ ਕੋਲੇ ਗੋਦਾਮਸ ਨੇ, ਇੱਥੇ ਮੰਨ ਲਓ ਇਦਾਂ ਦੀ ਮੁਸ਼ਕਲ ਆਉਂਦੀ ਆ, ਕਰੋਨਾ ਦੇ ਦੌਰਾਨ ਆਈ ਸੀ, ਸਭ ਤੋਂ ਵੱਧ ਕਣਕ ਜਿਹੜੀ ਪੰਜਾਬ ਦੇ ਵਿੱਚੋਂ ਵੱਖ-ਵੱਖ ਸੂਬਿਆਂ ਨੂੰ ਸਰਕਾਰ ਲੈ ਕੇ ਗਈ ਸੀ। ਜੇ ਇਹਦੇ ਉੱਤੇ ਪ੍ਰਾਈਵੇਟ ਅਦਾਰੇ ਆ ਕੇ ਕਾਬਜ਼ ਹੋ ਜਾਂਦੇ, ਵੱਡੇ ਸਾਈਲੋ ਵਾਲੇ, ਉਹ ਮੁਸੀਬਤ ਦੇ ਮੌਕੇ ਦੇ ਉੱਤੇ ਲੋਕਾਂ ਦੀ ਮਦਦ ਥੋੜੀ ਕਰਨਗੇ। ਉਹ ਸਰਕਾਰ ਨੂੰ ਕਹਿਣਗੇ ਲਿਆਓ ਪੈਸੇ ਹੁਣ ਤੁਸੀਂ। ਤਾਂ ਇਸ ਕਰਕੇ ਇਹ ਫਿਰ ਦੁਬਾਰਾ ਤੋਂ ਇਸ ਸਭ ਕਾਸੇ ਵਰਤਾਰੇ ਨੂੰ ਦੇਖਣ ਦੀ ਲੋੜ ਹੈ। ਖਾਸ ਤੌਰ ਦੇ ਉੱਤੇ ਸਰਕਾਰਾਂ ਵਾਲੀ ਜ਼ਿੰਮੇਵਾਰੀ ਸਰਕਾਰਾਂ ਤੇ ਛੱਡ ਕੇ ਅਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਈਏ, ਕਿਤੇ ਵੀ ਫੂਡ ਵੇਸਟ ਨਾ ਹੋਵੇ। ਇਹ ਸਾਨੂੰ ਆਪਣੇ ਆਪ ਦੇ ਨਾਲ ਤਹਈਆ ਜਿਹੜਾ ਉਹ ਕਰ ਲੈਣਾ ਚਾਹੀਦਾ। ਘੱਟੋ ਘੱਟ ਇਹ ਕੋਸ਼ਿਸ਼ ਕਰੋ ਕਿ ਐਟਲੀਸਟ 5 ਬੰਦਿਆਂ ਦੇ ਨਾਲ ਤੁਸੀਂ ਇਸ ਗੱਲ ਨੂੰ ਸਾਂਝਾ ਕਰੋ ਕਿ ਮੈਂ ਫੂਡ ਵੇਸਟ ਨਹੀਂ ਕਰਦਾ ਆਪਣੀ ਪਲੇਟ ਦੇ ਵਿੱਚ, ਤੁਸੀਂ ਵੀ ਫੂਡ ਵੇਸਟ ਨਾ ਕਰੋ। ਉਹਨਾਂ 5 ਨੂੰ ਕਹਿ ਦਿਓ ਕਿ ਅੱਗੇ 5 ਦੇ ਨਾਲ ਉਹ ਗੱਲ ਕਰਨ, 5 ਦੇ ਨਾਲ। ਜੇ ਇਹ ਚੇਨ ਬਣ ਸਕੇ ਤਾਂ ਅਸੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਫੂਡ ਵੇਸਟ ਜਿਹੜਾ ਹੁੰਦਾ ਉਹਨੂੰ ਬਚਾ ਸਕਦੇ।
ਜੀ ਪਨੂ ਸਾਹਿਬ, ਬਿਲਕੁਲ ਦਰੁਸਤ ਫਰਮਾਇਆ ਤੁਸੀਂ ਕਿ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦੀ ਲੋੜ ਹੈ, ਸ਼ੁਰੂਆਤ ਆਪਣੇ ਘਰ ਤੋਂ ਕਰਨ ਦੀ ਲੋੜ ਹੈ। ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪਨੂ ਸਾਹਿਬ, ਘੱਟ ਸਹੂਲਤੀ ਤੇ ਬਹੁਤੇ ਭੜਕਾਊ ਪਲੇਟਫਾਰਮ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ। ਕੋਈ ਇਨਸਾਨ ਉੱਠਦਾ ਹੈ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਫੋਟੋਆਂ ਪਾ ਦਿੰਦਾ ਹੈ, ਫਿਰ ਰੌਲਾ ਰੱਪਾ ਬੜਾ ਪੈਂਦਾ ਹੈ, ਫਿਰ ਸ਼੍ਰੋਮਣੀ ਕਮੇਟੀ ਇੱਕ ਮੁਸੀਬਤ 'ਚ ਫਸ ਜਾਂਦੀ ਹੈ। ਕੀ ਹੈ ਜੀ ਪੂਰਾ ਮਾਮਲਾ? ਦੇਖੋ, ਇਹ ਸ਼ਰਾਰਤਾਂ ਨੇ, ਮੈਂ ਸਮਝਦਾ ਇਹ ਸ਼ਰਾਰਤਾਂ ਨੇ। ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਿਹੜੀ ਕਿ ਜਿਹੜੇ ਸਾਡੇ ਇਤਿਹਾਸਕ ਥਾਵਾਂ ਨੇ ਉਹਨਾਂ ਦਾ ਉਹ ਪ੍ਰਬੰਧ ਕਰਦੀ ਆ, ਕਿਤੇ ਨਾ ਕਿਤੇ ਉਹ ਇਹਨਾਂ ਪ੍ਰਬੰਧਾਂ ਦੇ ਵਿੱਚ ਲਗਾਤਾਰ ਫੇਲ ਹੁੰਦੀ ਨਜ਼ਰ ਆਉਂਦੀ ਹੈ ਜੀ। ਆਪਾਂ ਜੇ ਪਿਛਲੇ ਸਮੇਂ ਤੋਂ ਇਹਨੂੰ ਦੇਖੀਏ, ਚਲੋ ਬਹੁਤਾ ਪਿੱਛੇ ਨਾ ਜਾਓ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਾਲੀਆਂ ਜਿਹੜੀਆਂ ਘਟਨਾਵਾਂ ਨੇ, ਜੇ ਉੱਥੋਂ ਸ਼ੁਰੂ ਕਰਦੇ ਹੋ 15 ਤੋਂ ਜੂਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਆ ਉਹ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੀ ਜਾਂਦੀ ਹੈ। ਉਦੋਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਸਰਕਾਰ ਸੀ, ਜਿਹਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਜੂਨ ਤੋਂ ਲੈ ਕੇ ਅਕਤੂਬਰ ਤੱਕ ਉਹ ਬੀੜ ਹੀ ਨਹੀਂ ਲੱਭ ਸਕਦੀ, ਸਰਕਾਰ ਨਹੀਂ ਲੱਭ ਸਕਦੀ। SGPC ਦਾ ਨਹੀਂ ਸੀ, ਚਲੋ, ਪਰ ਸਰਕਾਰ ਨੇ ਲੱਭੀ ਨਹੀਂ। ਔਰ ਉਦੋਂ ਪਿੱਛੇ ਥੋੜਾ ਜਿਹਾ ਹੋਰ ਚਲੇ ਜਾਓ, ਇਹ ਜਾ ਕੇ ਜੁੜਦਾ ਮਾਮਲਾ ਡੇਰਾ ਸਰਸਾ ਦੇ ਨਾਲ। ਉਹਦੇ ਮੁਖੀ ਨੂੰ ਜਿਹੜੀ ਬਿਨਾਂ ਮੰਗੇ ਮੁਆਫੀ ਕਿਉਂ ਦਿੱਤੀ ਜਾਂਦੀ ਆ, ਉਹ ਗੁਰਮੁਖ ਸਿੰਘ ਨੇ, ਜਿਹੜੇ ਤਖਤ ਦੇ ਜਥੇਦਾਰ ਰਹੇ ਨੇ, ਉਹਨਾਂ ਦਾ ਖੁਲਾਸਾ ਅੱਜ ਵੀ YouTube ਦੇ ਉੱਤੇ ਪਿਆ। ਔਰ ਉਹ ਬਾਅਦ ਦੇ ਵਿੱਚ ਹਾਲਾਂਕਿ ਆਪਣੀਆਂ ਗੱਲਾਂ ਤੋਂ ਮੁਨਕਰ ਹੋਏ, ਪਰ ਉਹਨਾਂ ਨੇ ਕਿਹਾ ਕਿ ਸਾਨੂੰ ਕੋਠੀ ਦੇ ਵਿੱਚ ਸੱਦਿਆ ਗਿਆ ਚੰਡੀਗੜ੍ਹ, ਇਹ ਆਖਿਆ ਗਿਆ ਜਾਓ ਤੇ ਜਾ ਕੇ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰ ਦਿਓ। ਔਰ ਉਹ ਮੁਆਫੀ ਤੋਂ ਇਹ ਸਾਰਾ ਕੁਝ ਨਿਕਲਦਾ। ਔਰ ਉਸ ਮੁਆਫੀ ਨੂੰ ਜਸਟੀਫਾਈ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਗੋਲਕ ਆ, ਜਿਹੜੀ ਸੰਗਤ ਦੀ ਆ, ਉਹਦੀ ਦੁਰਵਰਤੋਂ ਕੀਤੀ ਜਾਂਦੀ ਆ। 90 ਲੱਖ ਤੋਂ ਉੱਪਰ ਦੇ ਇਸ਼ਤਿਹਾਰ ਦਿੱਤੇ ਜਾਂਦੇ ਆ। ਉਸ ਜਿਹੜਾ ਹੁਕਮਨਾਮਾ ਸੀਗਾ ਮੁਆਫੀ ਵਾਲਾ, ਉਹਨੂੰ ਜਸਟੀਫਾਈ ਕਰਨ ਦੇ ਵਾਸਤੇ ਜਦੋਂ ਰੌਲਾ ਜ਼ਿਆਦਾ ਪੈ ਜਾਂਦਾ ਤੇ ਫਿਰ ਉਹ ਵਾਪਸ ਲਿਆ ਜਾਂਦਾ। ਅੱਜ ਤੱਕ SGPC ਨੇ ਇਹਦੇ ਉੱਤੇ ਕੋਈ ਸਫਾਈ ਨਹੀਂ ਦਿੱਤੀ ਕਿ ਐਕਚੁਅਲੀ ਹੋਇਆ ਕੀ ਸੀ, ਕਿਉਂ ਮੁਆਫੀ ਦਿੱਤੀ ਗਈ, ਕਿਉਂ ਉਹ ਇਸ਼ਤਿਹਾਰ ਦਿੱਤੇ ਗਏ, ਕਿਉਂ ਉਹ ਮੁਆਫੀ ਮੁੜ ਕੇ ਵਾਪਸ ਲਈ ਗਈ। ਜੇ SGPC ਕੋਈ ਚੱਜ ਦਾ ਸਟੈਂਡ ਲੈਂਦੀ, ਕਿਉਂਕਿ ਜਿਹੜਾ SGPC ਦਾ ਪ੍ਰਧਾਨ ਹੈ ਉਹ ਅਕਾਲੀ ਦਲ ਬਾਦਲ ਦੇ ਲਿਫਾਫੇ ਚੋਂ ਨਿਕਲਦਾ, ਉਹਦੇ ਕੋਲੇ ਚੁਣਿਆ ਹੋਇਆ ਨਹੀਂ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਵਰ੍ਹਿਆਂ ਤੋਂ ਇੱਕ ਸਾਜ਼ਿਸ਼ ਤਹਿਤ ਟਾਲੀਆਂ ਜਾ ਰਹੀਆਂ ਨੇ। ਉਸ ਤੋਂ ਬਾਅਦ ਤੁਸੀਂ ਇਹਨਾਂ ਘਟਨਾਵਾਂ ਤੋਂ ਅੱਗੇ ਜਾਓ ਤੇ ਫਿਰ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲਾ ਮਾਮਲਾ ਤੁਹਾਡੇ ਸਾਹਮਣੇ ਆ ਜਾਂਦਾ। ਗਿਆਨੀ ਹਰਪ੍ਰੀਤ ਸਿੰਘ PhD ਇਸ ਮਾਮਲੇ ਤੇ ਕਹਿੰਦੇ ਆ ਕਿ ਇਹ ਬਹੁਤ ਮਾੜਾ ਹੋਇਆ, ਅਸੀਂ ਇਹਦੇ ਉੱਤੇ ਸਖਤੀ ਕਰਾਂਗੇ, ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਮਾਮਲਾ ਉਹਨਾਂ ਦੇ ਕੋਲੇ ਆਉਂਦਾ ਤੇ ਫਿਰ ਵਿੱਚੋਂ ਉਹ ਕੀ ਕੱਢਦੇ ਨੇ, ਕਹਿੰਦੇ ਸਰੂਪ ਤਾਂ ਚੋਰੀ ਹੋਏ ਨਹੀਂ, ਸਰੂਪ ਤਾਂ ਗਾਇਬ ਨਹੀਂ ਹੋਏ, ਸਰੂਪ ਤਾਂ ਉੱਥੇ ਹੀ ਸੀ, ਇਹ ਤਾਂ ਐਵੇਂ ਮਿਸਟੇਕ ਸੀਗੀ, ਰਜਿਸਟਰ ਦੀ ਮਿਸਟੇਕ ਸੀਗੀ। ਉਹ ਜਿਹੜੇ ਲੋਕਾਂ ਦੇ ਉੱਤੇ ਦੋਸ਼ ਲਾ ਦਿੱਤੇ ਗਏ, ਜਿਨ੍ਹਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਇਹ ਜ਼ਿੰਮੇਵਾਰ ਨੇ, ਉਹ ਇਹ ਕਹਿੰਦੇ ਫਿਰਦੇ ਆ ਕਿ ਸਾਨੂੰ ਤਾਂ ਊਂ ਹੀ ਇਹਦੇ ਵਿੱਚ ਅੜਾਇਆ ਗਿਆ, ਸਾਡਾ ਤਾਂ ਇਹਦੇ ਨਾਲ ਕੋਈ ਸੰਬੰਧ ਹੀ ਨਹੀਂ ਸੀਗਾ। ਉਹ ਮਾਮਲਾ ਵੀ ਇਹਨਾਂ ਨੇ ਗੋਲ ਮੋਲ ਸਾਰੇ ਦਾ ਸਾਰਾ ਕਰ ਦਿੱਤਾ ਜੀ। ਔਰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ 328 ਸਰੂਪ ਗਾਇਬ ਹੋਏ ਸੀ, ਜੇ ਗਾਇਬ ਹੋਏ ਤੇ ਉਹ ਕਿੱਥੇ ਗਏ, ਕਿਹਨੂੰ ਉਹ ਦਿੱਤੇ ਗਏ, ਕਿਉਂਕਿ ਬਹੁਤ ਗੰਭੀਰ ਮਾਮਲਾ ਸੀ। ਗੰਭੀਰ ਕਿਉਂ ਆ? ਗੰਭੀਰ ਇਸ ਕਰਕੇ ਆ ਕਿ ਉਹਨਾਂ ਦੇ ਨਾਲ ਕੋਈ ਛੇੜਛਾੜ ਨਾ ਹੋ ਜੇ। ਕੋਈ ਮੰਨ ਲਓ ਜਿਹੜੀਆਂ ਹੁਣ ਪਿੱਛੇ ਮੇਰੇ ਤੁਸੀਂ ਬੁੱਕਸ ਦੇਖ ਰਹੇ ਹੋ, ਇਹ ਮੈਕਸਿਮਮ ਰੈਫਰੈਂਸ ਬੁੱਕਸ ਨੇ,
ਕੱਲ ਨੂੰ ਕੋਈ ਜਿਹੜੇ ਵੱਡੇ ਲੇਖਕ ਦੀ ਬੁੱਕ ਜਿਹੜੀ ਆ ਉਹ ਕੋਈ ਪਬਲਿਸ਼ ਕਰਵਾ ਦਿੰਦਾ, ਤੁਸੀਂ ਉਹਨੂੰ ਕਿਵੇਂ ਇਹ ਦੇਖੋਗੇ ਕਿ ਇਹ ਜਿਹੜੀ ਬੁੱਕ ਹੈ ਇਹ ਸਹੀ ਛਾਪੀ ਗਈ ਹੈ? ਕਿਤੋਂ ਵੀ ਛਪਵਾ ਲਓ, ਹੁਣ ਤਾਂ ਕੁਝ ਪਤਾ ਨਹੀਂ ਲੱਗਦਾ। ਉਹਦੇ ਲਈ ਤੁਹਾਨੂੰ ਓਰੀਜਨਲ ਬੁੱਕ ਲੈਣੀ ਪਊਗੀ ਨਾ, ਜਿਹੜੀ ਕਿਸੇ ਪਬਲਿਸ਼ਰ ਨੇ ਛਾਪੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਜਿਹੜੀਆਂ ਹੱਥ ਲਿਖਤ ਬੀੜਾਂ, ਉਹ ਸਾਡੇ ਕੋਲੇ ਇੱਕ ਇਸ ਤਰ੍ਹਾਂ ਦਾ ਸਰਮਾਇਆ ਹੈ ਕਿ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਜੀ। 1984 ਦੇ ਵਿੱਚ ਸਾਕਾ ਨੀਲਾ ਤਾਰਾ ਵੇਲੇ ਜਿਹੜਾ ਸਮਾਨ ਫੌਜ ਚੁੱਕ ਕੇ ਲੈ ਗਈ ਸੀ, ਇਹਦੇ ਸੰਬੰਧੀ ਇੱਕ ਚਿੱਠੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੁਝ ਸਾਲ ਪਹਿਲਾਂ ਲਿਖੀ, ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਹੋਰਾਂ ਨੂੰ 19 ਦੇ ਵਿੱਚ, ਜਦੋਂ ਸਰਕਾਰ ਬਣਦੀ ਹੈ ਦੁਬਾਰਾ 19 ਦੇ ਵਿੱਚ ਇਹ ਲਿਖੀ ਚਿੱਠੀ ਦੇ ਜਵਾਬ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਵਾਪਸੀ ਚਿੱਠੀ 'ਚ ਲਿਖਦੇ ਆ ਕਿ ਉਹ ਸਮਾਨ ਤਾਂ ਉਹਨਾਂ ਦੇ ਰਿਕਾਰਡ ਦੇ ਮੁਤਾਬਕ ਸਾਰੇ ਦਾ ਸਾਰਾ ਵਾਪਸ ਕਰ ਦਿੱਤਾ ਤੇ ਸਾਡੇ ਕੋਲੇ ਤਾਂ ਰਿਸੀਵਿੰਗ ਰਸੀਦਾਂ ਨੇ। ਹੁਣ ਉਹ ਰਿਸੀਵ ਕਿਹਨੇ ਕੀਤਾ? ਅਕਾਲੀ ਦਲ ਬਾਦਲ ਫਸ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਸ ਗਈ। ਇਹਨਾਂ ਨੇ ਇੱਕ ਕਮੇਟੀ ਬਣਾਈ ਕਿਰਪਾਲ ਸਿੰਘ ਬੰਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ, ਕਿ ਉਹ ਇਹਦਾ 3 ਮੈਂਬਰੀ ਕਮੇਟੀ ਸੀ। ਮੇਰੀ ਜਾਣਕਾਰੀ ਦੇ ਮੁਤਾਬਕ ਉਹਨੇ ਮੁੜ ਕੇ ਮੀਟਿੰਗ ਹੀ ਨਹੀਂ ਕੀਤੀ ਕਦੇ। ਉਹ ਮੁੜ ਕੇ ਇਹ ਮਾਮਲਾ ਫੇਰ ਦਬਾ ਲਿਆ ਗਿਆ ਕਿ ਉਹ ਕਿੱਥੇ ਆ ਖਜ਼ਾਨਾ, ਜਿਹੜਾ ਕਿ ਕੌਮ ਦਾ ਇੱਕ ਇਸ ਤਰ੍ਹਾਂ ਦਾ ਖਜ਼ਾਨਾ ਜਿਹਦਾ ਮੁੱਲ ਹੀ ਕੋਈ ਨਹੀਂਗਾ, ਔਰ ਉਹ ਰੈਫਰੈਂਸ ਦੇ ਵਾਸਤੇ ਆ ਸਾਡੇ ਕੋਲੇ, ਤਾਂ ਕਿ ਇਹਦੇ ਵਿੱਚ ਕੋਈ ਤਬਦੀਲੀ ਨਾ ਕੀਤੀ ਜਾ ਸਕੇ, ਇਹਦੇ ਵਿੱਚ ਕੋਈ ਚੇਂਜ ਨਾ ਕੀਤੀ ਜਾ ਸਕੇ। ਜਿਹੜੀ ਇੱਕ ਲਗ ਮਾਤਰ ਹੈ ਨਾ, ਉਹਦੇ ਨਾਲ ਤੁਸੀਂ ਕੁਝ ਵੀ ਜਿਹੜਾ ਉਹ ਸਾਰਾ ਕੁਝ ਬਦਲ ਦਿੰਦੇ ਹੋ, ਸਾਰਾ ਕੁਝ ਬਦਲ ਜਾਂਦਾ ਉਹਦੇ ਨਾਲ। ਇੱਕ ਸਿਹਾਰੀ ਬਿਹਾਰੀ ਦੇ ਨਾਲ ਜੀ ਇੱਕ ਤੁਕ ਹੈ, ਜਿਵੇਂ ਉਹ ਪੜ੍ਹੀ ਜਾਂਦੀ ਹੈ, ਉਹ ਮੈਂ ਤੁਹਾਨੂੰ ਦੱਸਦਾ ਪੜ੍ਹੀ ਕਿਵੇਂ ਜਾਂਦੀ ਤੇ ਹੈ ਕੀ। ਉਹ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਕਿਉਂ ਪੜ੍ਹਦੇ ਨੇ? ਜਪਜੀ ਸਾਹਿਬ ਦੀ ਤੁਕ ਹੈ। ਐਕਚੁਅਲੀ ਉਹ ਕੀ ਆ? ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਉਹ ਪੜ੍ਹੀ ਜਾਂਦੀ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਉਹ ਇਸ ਤਰ੍ਹਾਂ ਨਹੀਂ ਆ। ਕਿੱਥੇ ਠਹਿਰਾਓ ਆ, ਕੀ ਆ, ਇਹ ਚੀਜ਼ਾਂ ਸਾਡੇ ਕੋਲੇ ਜਿਹੜੀਆਂ ਉਹ ਮੌਜੂਦ ਨੇ ਰੈਫਰੈਂਸ ਦੇ ਰੂਪ ਦੇ ਵਿੱਚ। ਜਿਹੜੇ ਜੁੜਵੇਂ ਅੱਖਰਾਂ ਵਾਲੀ ਪਹਿਲਾਂ ਬੀੜ ਹੁੰਦੀ ਸੀ, ਤੁਹਾਨੂੰ ਜਿਹੜਾ ਉਹ ਠਹਿਰਾਓ ਵਗੈਰਾ ਉਹ ਦੇਖਣਾ ਪੈਂਦਾ ਸੀ, ਹੁਣ ਤਾਂ ਸੌਖਾ ਹੋ ਗਿਆ। ਉਹ ਰੈਫਰੈਂਸ ਸਾਡੀਆਂ ਉਹ ਕਿੱਥੇ ਨੇ? ਅੱਛਾ, ਸ਼ਰਾਰਤਾਂ ਕਿਵੇਂ ਹੋ ਰਹੀਆਂ ਨੇ? ਇਹ ਨਵੀਂ ਸ਼ਰਾਰਤ ਹੋਈ ਹੈ। ਇਹ ਇੱਕ ਕੋਈ ਵਿਅਕਤੀ ਆ ਜਿਹਨੇ ਅਮਰੀਕਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਪ੍ਰਿੰਟ ਕੀਤਾ, ਉਹਦੀ PDF ਬਣਾਈ ਤੇ ਉਹਨੇ ਆਨਲਾਈਨ ਚੜਾਤੀ। ਇਹਦੇ ਵਿੱਚ ਗਲਤੀਆਂ ਨੇ, ਇਸ ਕਰਕੇ ਹੁਣ SGPC ਕਹਿੰਦੀ ਕਿ ਅਸੀਂ ਬੜਾ ਸਖਤ ਨੋਟਿਸ ਇਸ ਮਾਮਲੇ ਦੇ ਉੱਤੇ ਲਵਾਂਗੇ। ਹਰਪ੍ਰੀਤ ਸਿੰਘ PhD ਕਹਿੰਦੇ ਅਸੀਂ ਇਸ ਮਾਮਲੇ ਦੇ ਉੱਤੇ ਬੜਾ ਸਖਤ ਐਕਸ਼ਨ ਲਵਾਂਗੇ। ਉਹਨਾਂ ਨੇ ਇਤਰਾਜ਼ ਜਤਾਇਆ ਔਰ ਇਹ ਕਿਹਾ ਕਿ ਇਹ ਜਿਹੜਾ ਪਬਲਿਸ਼ਰ ਆ ਥਮਿੰਦਰ ਸਿੰਘ ਆਨੰਦ, ਇਹਦੇ ਵੱਲੋਂ ਇਹ ਮਿਸਟੇਕ ਕੀਤੀ ਗਈ ਹੈ। ਮਿਸਟੇਕ ਕੀ ਆ ਇਹਦੇ ਵਿੱਚ? ਕਿ ਉਹਨੇ ਜਿਹੜੀਆਂ ਉਹ ਲਿਖਣ ਦੇ ਵਿੱਚ ਕੁਝ ਮਿਸਟੇਕਸ ਕੀਤੀਆਂ ਨੇ। ਉਹਨੇ ਲਫ਼ਜ਼ ਜਿਹੜੇ ਨੇ ਉਹ ਹੋਰ ਤਰੀਕੇ ਦੇ ਨਾਲ ਲਿਖ ਦਿੱਤੇ ਨੇ। ਔਰ ਇਹ ਜੇ ਇੱਕ ਵਾਰੀ ਦੇਖੋ ਇਹ ਹੋ ਗਿਆ, ਫਿਰ ਸਿੰਪਲ ਜੀ ਗੱਲ ਹੈ, ਗੱਲ ਸਏ ਦੀ ਨਹੀਂ, ਗੱਲ ਪਏ ਦੀ ਆ। ਫਿਰ ਇਉਂ ਹੋਊਗਾ ਕਿ ਹਰ ਕੋਈ ਵਿਅਕਤੀ ਜਿਹੜਾ ਉਹ ਆਪਣੇ ਹਿਸਾਬ ਦੇ ਨਾਲ ਲਿਖਣ ਲੱਗ ਜੂਗਾ। ਜਿਵੇਂ ਮੈਂ ਤੁਹਾਨੂੰ ਇੱਕ ਦੱਸਿਆ ਹੈ ਕਿ ਉਹਦਾ ਮਤਲਬ ਕੀ ਆ, ਪੜ੍ਹੀ ਕਿਵੇਂ ਜਾਂਦੀ ਹੈ, ਉਹ ਹੈ ਕਿਵੇਂ ਹੈ। ਤੋ ਇਸ ਕਰਕੇ ਇਹ ਜਿਹੜੇ ਇਹਦੇ ਵਿੱਚ ਬਦਲਾਓ ਕੁਝ ਅੱਖਰਾਂ ਦਾ ਕੀਤਾ ਗਿਆ, ਕਿਉਂਕਿ ਔਂਕੜ ਦਲੈਂਕੜੇ ਬਿੰਦੀ ਟਿੱਪੀ ਜਿਹੜੀ ਆ ਉਹ ਕਿੱਥੇ ਲੱਗਣੀ ਆ, ਕਿੱਥੇ ਨਹੀਂ ਲੱਗਣੀ, ਕਿੱਥੇ ਤੁਸੀਂ ਪ੍ਰਨਾਊਂਸ ਕਰਨੀ ਆ, ਪ੍ਰਨਾਊਂਸ ਜਿਹੜੀ ਉਹ ਕਿਸ ਤਰੀਕੇ ਨਾਲ ਕਰਨੀ ਹੈ। ਇਹ ਜਿਹੜੀਆਂ ਕੁਝ ਤਕਨੀਕੀ ਗੱਲਾਂ ਨੇ, ਜੇ ਤੁਸੀਂ ਉਹਨੂੰ ਨਹੀਂ ਸਮਝਦੇ ਤੇ ਫਿਰ ਉਹਦੇ ਅਰਥ ਜਿਹੜੇ ਆ ਉਹ ਅਨਰਥ ਹੋ ਜਾਂਦੇ ਆ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹੀ ਜਾਂਦੀ ਹੈ ਅਸੀਂ ਇਹਦੇ ਉੱਤੇ ਐਕਸ਼ਨ ਲਵਾਂਗੇ। ਤੁਸੀਂ ਐਕਸ਼ਨ ਕੀ ਲਓਗੇ? ਉਹਨੂੰ ਸੱਦੋਗੇ, ਉਹਨੇ ਆਉਣਾ ਨਹੀਂ। ਉਹਨੇ ਇੱਕ ਵਾਰੀ ਚੜਾਤਾ ਨੈਟ ਦੇ ਉੱਤੇ। 300 ਸਾਲਾ ਸਥਾਪਨਾ ਦਿਵਸ ਦੇ ਮੌਕੇ ਦੇ ਉੱਤੇ ਛਪਵਾਈਆਂ ਗਈਆਂ ਕਿਤਾਬਾਂ SGPC ਨੇ ਕਾਗਜ਼ਾਂ 'ਚ ਵਾਪਸ ਲੈ ਲਈਆਂ, ਉਹ ਉਂਝ ਤੁਰੀਆਂ ਫਿਰਦੀਆਂ ਨੇ ਜੀ। ਉਹਦੇ ਵਿੱਚ ਵਾਹਿਆਤ ਗੱਲਾਂ ਲਿਖੀਆਂ ਹੋਈਆਂ ਨੇ। ਇਹ ਕਿਤੇ ਨਾ ਕਿਤੇ ਤਾਂ ਤੁਹਾਨੂੰ ਕੋਈ ਜਿੰਦਾ ਕੁੰਡਾ ਲਾਉਣਾ ਪਊਗਾ ਨਾ। ਜਾਂ ਤਾਂ SGPC ਜਿਹੜੀ ਆ ਉਹ ਇੱਕ ਇਹਦੀ ਫਾਈਲ ਇਸ ਤਰ੍ਹਾਂ ਦੀ ਬਣਾਵੇ। ਅੱਗੇ ਗੱਲਾਂ ਚੱਲੀਆਂ ਸੀਗੀਆਂ ਕਿ ਅੱਜ ਕੱਲ੍ਹ ਦੇਖੋ ਸਿੱਖ ਪਾਪੂਲੇਸ਼ਨ ਬਹੁਤ ਵੱਡੇ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਹੈ, ਅਮਰੀਕਾ ਦੇ ਵਿੱਚ ਹੈ, ਆਸਟ੍ਰੇਲੀਆ ਦੇ ਵਿੱਚ ਹੈ।
ਇਹ ਕਿਉਂ ਨਹੀਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਕਰੋੜਾਂ ਦਾ ਬਜਟ ਹੈ, ਗੱਲ ਤਾਂ ਪ੍ਰਿੰਟ ਕਰਾਉਣ ਦੀ ਹੈ ਨਾ ਜੀ। ਇਥੋਂ ਜਿਹੜੀ ਟਾਈਪ ਸੈਟਿੰਗ ਇਹਨਾਂ ਕੋਲੇ ਹੈਗੀ ਆ, ਉਹ ਪ੍ਰਿੰਟ ਉੱਥੇ ਕੀਤੇ ਜਾ ਸਕਦੇ ਆ, ਪਰ ਉਹ ਰਿਸਟ੍ਰਿਕਸ਼ਨ ਹੋਵੇ ਕਿ ਕੋਈ ਹੋਰ ਪ੍ਰਿੰਟ ਨਹੀਂ ਕਰ ਸਕਦਾ, ਫੇਰ ਹੀ ਚਾਚੇ ਇਹ ਰਿਸਟ੍ਰਿਕਸ਼ਨ ਰਹਿਣੀ ਚਾਹੀਦੀ ਆ। ਜੇ ਇਹ ਨਾ ਰਹੀ, ਇਉਂ ਖੁੱਲ ਗਿਆ ਕੰਮ, ਤਾਂ ਕੋਈ ਵੀ ਮੇਰੇ ਵਰਗਾ ਉਹ ਉੱਠੂਗਾ, ਉਹ ਆਪਣੀਆਂ ਲਗਾਮਾਤਰਾ ਦੇ ਹਿਸਾਬ ਦੇ ਨਾਲ ਜਿਹੜਾ ਉਹਨੂੰ ਪ੍ਰਿੰਟ ਕਰ ਦੂਗਾ, ਉਹਨੂੰ ਲਿਖ ਦੂਗਾ। ਫਿਰ ਕੀ ਹੋਊਗਾ? ਜੇ ਕਿਸੇ ਜਗ੍ਹਾ ਦੇ ਉੱਤੇ ਮੈਂ ਰੈਫਰੈਂਸ ਬੁੱਕ ਦੀ ਤਾਂ ਗੱਲ ਕੀਤੀ ਸੀ, ਸਾਡੇ ਕੋਲੇ ਰੈਫਰੈਂਸ ਬੁੱਕ ਜਿਹੜੀਆਂ ਉਹ ਕਿੱਥੇ ਗਈਆਂ? ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਹਦੇ ਵਿੱਚ ਬੀੜਾਂ ਵੀ ਸ਼ਾਮਲ ਸਨ, ਕੁਝ ਹੱਥ ਲਿਖਤ ਬੀੜਾਂ ਸ਼ਾਮਲ ਸਨ, ਉਹ ਕਿੱਥੇ ਗਈਆਂ? ਇਹ ਕੀ ਇੱਕ ਸਾਜ਼ਿਸ਼ ਦੇ ਤਹਿਤ ਹੌਲੀ ਹੌਲੀ ਗਾਇਬ ਤਾਂ ਨਹੀਂ ਕੀਤੀਆਂ ਜਾ ਰਹੀਆਂ? SGPC ਨੇ ਕਦੀ ਇਹਨਾਂ ਮਾਮਲਿਆਂ ਦੇ ਉੱਤੇ ਕੋਈ ਸਖਤ ਸਟੈਂਡ ਨਹੀਂ ਲਿਆ। ਇਹ ਸਿਰਫ ਔਰ ਸਿਰਫ ਥੋੜ੍ਹਾ ਚਿਰ ਇਹਨਾਂ ਦਾ ਸਟੈਂਡ ਹੁੰਦਾ, ਉਸ ਤੋਂ ਬਾਅਦ ਇਹ ਸਾਰੇ ਫੇਰ ਗੱਲ ਆਈ ਗਈ ਕਰ ਦਿੰਦੇ ਆ। ਆਹ ਜਿਹੜੀ ਗਲਤੀ ਕੀਤੀ ਗਈ ਆ, ਇਹ ਵੀ ਇੱਕ ਕਿਸਮ ਦੇ ਨਾਲ ਇੱਕ ਡਿਫਰੈਂਟ ਟਾਈਪ ਦੇ ਨਾਲ ਮੈਂ ਇਹਨੂੰ ਬੇਅਦਬੀ ਦੇ ਰੂਪ ਦੇ ਵਿੱਚ ਦੇਖਦਾ। ਇਹ ਨਾ ਰੁਕਿਆ ਤਾਂ ਕੋਈ ਵੀ ਉੱਥੋਂ PDF ਫਾਈਲਾਂ ਜਿਹੜਾ ਉਹ ਚੁੱਕੂਗਾ ਤੇ ਉਹ ਕਹੂਗਾ ਤੁਸੀਂ ਤਾਂ ਐਵੇਂ ਆ ਜਿਹੜਾ ਅਸਲੀ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਵਿੱਚ ਤਾਂ ਆਹ ਲਿਖਿਆ, ਆਹ ਦੇਖੋ ਇਹਦੇ ਵਿੱਚ ਤਾਂ ਆਹ ਲਗਮਾਤਰ ਇਸ ਤਰੀਕੇ ਦੀ ਪਾਈ ਹੋਈ ਆ, ਇੱਕ ਨਵਾਂ ਵਿਵਾਦ ਖੜਾ ਹੋ ਜੂ। ਜੀ ਬਿਲਕੁਲ ਸਹੀ ਹੈ, ਧਾਰਮਿਕ ਮੁੱਦਾ ਹੈ ਤੇ ਇਹਨੂੰ ਨੱਥ ਵੀ ਪਾਉਣੀ ਚਾਹੀਦੀ ਹੈ। ਪਰ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਖਤਮ ਹੋ ਗਿਆ। ਪਨੂ ਸਾਹਿਬ, ਤੁਸੀਂ ਸਾਰਿਆਂ ਮੁੱਦਿਆਂ ਤੇ ਬੜੀ ਲਾਹੇਵੰਦ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ, ਥੈਂਕ ਯੂ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।